ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ 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 ਗੁਰੂ ਪਿਤਾ ਸ੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ महान बरकतमयी इनायतमयी श्री चरण कमलां विराजमान गुरु प्यारी साध संगत गुरुदेव जी की महान इनायत का सदका साडे सारियां दे सिर ते मेहरमतमई रखे हथ का सदका जीवन का अज का दिन भी प्राप्त होया और इस नवे दिन की जो नवे जन्म समान है शाम अजीजुल नवाज गनीमुल खराज पातशाह कल की तिर महिमा दे मालक गुरु गोबिंद सिंह साहिब जी दे पावन पवित्र चरण कमलों की खाक दे नाम करना नसीब होया। सतगुरु जी की मेहरामन का सदका सोदर चौंकी दे कीर्तन हर कीरत हमरी रह रास आरती अरदास ते फिर साहिब जी दे पावन हुक्मनामे आगे सुख मेरे मीता पातशाह आनंद प्रभ कीता महान आसीस रूपी हुक्मनामा महाराज जी ने साड़ियाँ झोलियां च पाउंदियां होइयां निवाजिया है। साहिब गुरु गोबिंद सिंह महाराज प्रतख तौर ते विराजमान हैं। आप दियां बेनतियां अरदासां महाराज सुन के पूरियां कर रहे हैं। कुछ समा महाराज गुरु हरगोबिंद साहिब जी दे महान जीवन प्रसंग बाबाणियाँ कहानियाँ अमृत जीवन कथड़ियाँ राही गुरु इतिहास विचार गुरु दीदार दा बायस बने। इसलिए जितने माता भराता हाजरीन हाज़री भर रहे हो पेशतर छोटी जही ध्यान साधना है। दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे श्री चरण कमलां ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक श्रवण करदियां इतना आपने प्रेम सहित श्रवण किया कि साहिब श्री गुरु हरगोबिंद साहिब जी दे निवाजे हुए गल लाए हुए सिख बहादुर बाबा बिधि चंद जी ने पहला घोड़ा दिलबाग लाहौर दे किले चों लिया के सतगुरु जी दे भेटा किता भाई रूपा जी दे अस्थान ते। पर दिलबाग ज़्यादा खुश ना रह सकिया क्योंकि उसका साथी घोड़ा गुलबाग उत्थे रह गया सी।
ਜਿਸ ਦੇ ਵਿਯੋਗ ਵਿੱਚ ਉਸਨੇ ਘਾਹ ਦਾਣਾ ਤਿਆਗ ਦਿੱਤਾ। ਮਹਾਰਾਜ ਜੀ ਨੇ ਭਾਈ ਜੋਧ ਰਾਏ ਜੀ ਦੀ ਬੇਨਤੀ ਸੁਣ ਕੇ ਦੇਖਿਆ ਤੇ ਆਖਣ ਲੱਗੇ, ਇਸ ਨੂੰ ਬਿਰਹੋ ਰੋਗ ਹੈ, ਸਰੀਰ ਠੀਕ ਹੈ ਪਰ ਬਿਰਹ ਹੈ, ਉਦਾਸ ਹੈ ਮਨ। ਬਿਧੀ ਚੰਦ ਜੀ ਜਾਂ ਤੇ ਘੋੜਾ ਉੱਥੇ ਪਹੁੰਚਾ ਦਿਓ, ਇਹ ਖੁਸ਼ ਹੋਵੇ, ਇਸ ਦੇ ਸਾਥੀ ਦੇ ਕੋਲ, ਤੇ ਜਾਂ ਜਿਹੜਾ ਦੂਜਾ ਘੋੜਾ ਉੱਥੇ ਰਹਿ ਗਿਆ ਉਸ ਨੂੰ ਵੀ ਇੱਥੇ ਲੈ ਆਓ। ਬਹਾਦਰ ਬਾਬਾ ਬਿਧੀ ਚੰਦ ਰਮਲ ਵਿਦਿਆ ਦਾ ਗਿਆਤਾ, ਜੋਤਿਸ਼ ਦਾ ਗਿਆਤਾ, ਲੱਗਣ ਇਸ ਤਰ੍ਹਾਂ ਦਾ ਵੇਸ਼ ਬਣਾ ਕੇ ਇੱਕ ਵਾਰੀ ਫਿਰ ਗੁਰੂ ਆਸਰਾ ਲੈ ਕੇ ਲਾਹੌਰ ਜਾ ਪਹੁੰਚੇ। ਉਸ ਵੇਲੇ ਉੱਥੋਂ ਦਾ ਹਾਕਮ ਇਨਾਇਤ ਖਾਂ ਸੀ, ਜਿਸ ਦਾ ਦਰੋਗਾ ਸੋਂਦੇ ਖਾਨ, ਜੋ ਬੜਾ ਚਤੁਰ ਚਾਲਾਕ ਤੇ ਹਰ ਤਰ੍ਹਾਂ ਨਾਲ ਮੁਸਤੈਦ ਦਰੋਗਾ ਸੀ। ਦਰੋਗੇ ਦੀ ਉਸ ਵੇਲੇ ਜੋ ਪਦਵੀ ਸੀ ਅੱਜ ਕੱਲ੍ਹ ਦੇ ਕਿਸੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਦੇ ਬਰਾਬਰ ਹੈ। ਉਸ ਵੇਲੇ ਦਾ ਕਿਲੇਦਾਰ ਦਰੋਗਾ ਤੇ ਅੱਜ ਦਾ ਕਿਸੇ ਜ਼ਿਲ੍ਹੇ ਦਾ ਪੁਲਿਸ ਕਮਿਸ਼ਨਰ ਇਕੁਅਲ ਉਹ ਪਦਵੀ ਹੈਗੀ ਹੈ। ਉਸ ਦਾ ਨਾਮ ਸੋਂਦੇ ਖਾਨ ਸੀ। ਉਹ ਬੜਾ ਤਾਕਤ ਵਾਲਾ, ਬੜਾ ਮੰਨਿਆ ਪਰਮੰਨਿਆ, ਔਰ ਸ਼ਾਹਜਹਾਨ ਦੇ ਵੀ ਬਹੁਤ ਨੇੜੇ ਸੀ। ਕਥਾ ਵਿੱਚ ਬਾਰ-ਬਾਰ ਸ਼ਬਦ ਭਾਈ ਸਾਹਿਬ ਜੀ ਨੇ ਸ਼ਾਹ ਲਿਖਿਆ, ਤੇ ਸ਼ਾਹ ਦਾ ਮਤਲਬ ਸ਼ਾਹਜਹਾਨ। ਹੋ ਸਕਦਾ ਹੈ ਉਹਨਾਂ ਦਿਨਾਂ ਵਿੱਚ ਸ਼ਾਹਜਹਾਨ ਉੱਥੇ ਹੀ ਰਿਹਾ ਹੋਵੇ, ਉਸ ਦੇ ਸਾਹਮਣੇ ਹੀ ਇਹ ਵਾਰਤਾਲਾਪ ਹੋਇਆ ਹੋਵੇ, ਪਰ ਮੂਲ ਰੂਪ ਵਿੱਚ ਇਨਾਇਤ ਖਾਂ ਉਸ ਵੇਲੇ ਲਾਹੌਰ ਦਾ ਸੂਬੇਦਾਰ ਸੀ, ਜਿਸ ਦੇ ਨੌਕਰ ਸਹਿੰਦੇ ਸੋਂਦੇ ਖਾਨ ਨੇ ਇਹ ਘੋੜੇ ਚੁਰਾ ਲਏ ਸਨ, ਖੋਹ ਲਏ ਸਨ। ਪਹਿਲਾ ਘੋੜਾ ਬਹਾਦਰ ਬਾਬਾ ਬਿਧੀ ਚੰਦ ਜੀ ਪਹੁੰਚਾ ਕੇ ਫਿਰ ਜੋਤਸ਼ੀ ਦਾ ਭੇਸ ਬਣਾ ਕੇ ਆਪ ਪਹੁੰਚੇ, ਤੇ ਤਰ੍ਹਾਂ ਤਰ੍ਹਾਂ ਨਾਲ ਉਹਨਾਂ ਨੇ ਸਮਾਂ ਪਾਸ ਕੀਤਾ। ਆਖਿਆ ਹੁਣ ਮੈਨੂੰ ਘੋੜਾ ਦਿਖਣ ਲੱਗ ਪਿਆ, ਪਰ ਕਾਠੀ ਨਜ਼ਰ ਨਹੀਂ ਆ ਰਹੀ। ਕਾਠੀ ਛੁਪਾ ਦਿੰਦੀ ਹੈ ਘੋੜਾ। ਜੇ ਉਸ ਵੇਲੇ ਕਾਠੀ ਪਾਈ ਸੀ ਤਾਂ ਇਸ ਘੋੜੇ 'ਤੇ ਵੀ ਕਾਠੀ ਪਾ ਦਿਓ। ਇਤਿਹਾਦਕ ਆਪਣਾ ਸਮਾਂ ਉਹਨਾਂ ਨੇ ਟਾਈਮ ਬਾਏ ਕਰਨਾ ਸੀ। ਉਹ ਟਾਈਮ ਜਿਹੜਾ ਸੀ ਉਸ ਨੂੰ ਪੂਰਾ ਕਰ ਰਹੇ ਨੇ ਵੀ ਰਾਤ ਦਾ ਹਨੇਰਾ ਹੋ ਜਾਏ ਤੇ ਮੈਂ ਉਸੇ ਤਰ੍ਹਾਂ ਹੀ ਘੋੜਾ ਜਿਹੜਾ ਉਹ ਦੀਵਾਰ ਤੋਂ ਛਲਾਂਗ ਲਗਵਾ ਕੇ ਤੇ ਲੈ ਜਾਵਾਂ ਪਹਿਲੇ ਦੀ ਤਰ੍ਹਾਂ। ਇਹ ਸਾਰੀ ਵਿਚਾਰ ਆਪ ਜੀ ਨੇ ਪ੍ਰੇਮ ਸਹਿਤ ਸਰਵਣ ਕੀਤੀ ਹੈ। ਕਹਿਤ ਸੁਨਤ ਇਮ ਸੰਧਿਆ ਪਈ, ਬੋਲਿਓ ਸਾਓ ਕੁਸ਼ਕ ਦੇਸ ਆਈ। ਕਿਉਂ ਨੈ ਅਬ ਲੋ ਖੋਜ ਨਿਕਾਰਤ, ਬਿਤੇ ਜਾਮ ਇਮ ਗਿਨਤ ਵਿਚਾਰਤ। ਪੈਰ ਲੰਘ ਗਏ ਹਨ ਬਿਧੀ ਚੰਦ ਤਬ ਬਾਕ ਬਖਾਨੋ, ਹਜ਼ਰਤ ਜੀ ਅਬ ਦੇਰ ਨਾ ਜਾਨੋ। ਐ ਹਜ਼ਰਤ ਹੁਣ ਜ਼ਿਆਦਾ ਸਮਾਂ ਨਹੀਂ ਲੱਗੇਗਾ, ਛੇਤੀ ਪਤਾ ਚੱਲ ਜਾਏਗਾ। ਮੈਂ ਆਪਣੇ ਮੰਤਰ ਸ਼ੰਤਰ ਪੜ੍ਹੇ ਹੋਏ ਨੇ, ਆਪਣੇ ਰਮਲ ਵਿਦਿਆ ਜੋਤਿਸ਼ ਲਗਾਇਆ ਹੋਇਆ। ਹੁਣ ਬਹੁਤਾ ਸਮਾਂ ਨਹੀਂ ਲੱਗੇਗਾ ਤੇ ਪਤਾ ਚੱਲ ਜਾਵੇਗਾ। ਮੋਹਿ ਹਿਰਦੈ ਸੁਧ ਸਭ ਹੋਏ ਆਈ, ਤਸਕਰ ਨਾਮ ਨ ਜਾਣਿਓ ਜਾਈ। ਬਾਕੀ ਮੇਰੇ ਹਿਰਦੇ 'ਚ ਸਭ ਖਬਰ ਆ ਗਈ ਹੈ। ਘੋੜਾ ਕਿੱਥੇ ਹੈ, ਘੋੜੇ ਨੂੰ ਲੈ ਕਿਵੇਂ ਜਾਇਆ ਗਿਆ, ਪਰ ਕਿਹੜਾ ਚੋਰ ਸੀ ਨਾ ਜਿਹੜਾ, ਉਹ ਮੈਨੂੰ ਨਹੀਂ ਪਤਾ ਚੱਲ ਰਿਹਾ। ਮੇਰਾ GPS ਕੰਮ ਤਾਂ ਕਰ ਰਿਹਾ, ਪਰ
ਹਾਲੇ ਚੋਰ ਦਾ ਨਾਮ ਨਹੀਂ ਪਤਾ ਚੱਲਿਆ। ਤੇ ਜੇ ਚੋਰ ਦਾ ਨਾਮ ਤੇ ਚੋਰ ਦੇ ਮਾਲਕ ਦਾ ਨਾਮ ਨਾ ਪਤਾ ਚੱਲੇ ਫਿਰ ਗੱਲ ਅਧੂਰੀ ਹੈ। ਇਸ ਲਈ ਥੋੜ੍ਹਾ ਜਿਹਾ ਵਕਤ ਮੈਨੂੰ ਹੋਰ ਦੇਵੋ ਤੇ ਮੈਂ ਆਪਣੀ ਵਿੱਦਿਆ ਹੋਰ ਲਗਾਵਾਂ। ਪਹਿਲੇ ਮੈਂ ਤੁਹਾਨੂੰ ਦੱਸ ਦਿੱਤਾ ਵੀ ਇਸ ਕਿੱਲੇ ਨਾਲ ਬੱਝਿਆ ਹੋਇਆ। ਬੋਲੋ ਸੱਚ ਹੈ? ਆਖਣ ਲਗਾਏ ਤਾਂ ਸੱਚ ਹੈ। ਮੈਂ ਤੁਹਾਨੂੰ ਘੋੜੇ ਦਾ ਰੰਗ ਵੀ ਦੱਸ ਦਿੱਤਾ, ਸੱਚ ਹੈ? ਬੋਲੇ ਇਹ ਵੀ ਸੱਚ ਹੈ। ਫਿਰ ਇੱਧਰ ਗਿਆ, ਫਿਰ ਇੱਧਰ ਗਿਆ, ਫਿਰ ਉਹ ਜਿਹੜਾ ਘੋੜਾ ਲੈ ਗਿਆ ਉਹਦੇ ਨਾਲ ਘੋੜੇ ਦਾ ਪਿਆਰ ਵੀ ਬੜਾ ਸੀ, ਸੱਚ ਹੈ? ਉਹ ਕਹਿਣ ਬਈ ਇਹ ਗੱਲਾਂ ਤਾਂ ਸਾਰੀਆਂ ਹੀ ਸੱਚ ਨੇ। ਬਹਾਦਰ ਬਾਬਾ ਬਿਧੀ ਚੰਦ ਜੀ ਆਖਣ ਲੱਗੇ ਫਿਰ ਇਹ ਵੀ ਗੱਲ ਸੱਚ ਹੈ ਕਿ ਹਾਲੇ ਮੈਨੂੰ ਥੋੜ੍ਹਾ ਟਾਈਮ ਲੱਗੇਗਾ, ਤੁਸੀਂ ਸਬਰ ਕਰੋ। ਪਰ ਉਹਨਾਂ ਲਈ ਸਬਰ ਕਰਨਾ ਬੜਾ ਔਖਾ ਹੋ ਰਿਹਾ ਸੀ। ਮੇਰੇ ਕੋਲੋਂ ਤਸਕਰ ਦਾ, ਚੋਰ ਦਾ ਨਾਮ ਨਹੀਂ ਸਮਝ ਆ ਰਿਹਾ। ਅਗਲੀ ਵਿਚਾਰ ਸਰਵਣ ਕਰੀਏ ਪੇਸ਼ਤਰ। ਜਿਤਨੇ ਇੱਥੇ ਸਤਿਗੁਰੂ ਜੀ ਦੇ ਘਰ ਵਿੱਚ, ਪਟਨਾ ਗੁਰੂ ਕਾ ਘਰ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਔਰ ਸਾਹਿਬ ਜੀ ਵੱਲੋਂ ਬਖਸ਼ੇ ਹੋਏ ਆਪਣੇ ਘਰ ਵਿੱਚ ਸੁਣ ਰਹੇ ਹੋ। ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ ਹਰਗੋਬਿੰਦ ਸਾਹਿਬ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜਪ ਲੋ ਨਾਮ ਨ ਜਾਏ ਬਖਾਨੋ। ਆਖਣ ਲੱਗੇ ਹੈ ਹਜ਼ਰਤ ਜਿਤਨੀ ਦੇਰ ਤੱਕ ਨਾਮ ਨਹੀਂ ਨਾ ਪਤਾ ਲੱਗਦਾ ਬਈ ਚੋਰ ਦਾ ਨਾਮ ਕੀ ਸੀ, ਉਤਨੀ ਦੇਰ ਤੱਕ ਤਬਲੋ ਨਿਜ ਵਿਦਿਆ ਲਘੁ ਜਾਨੋ। ਉਦੋਂ ਤੱਕ ਮੈਨੂੰ ਆਪਣੀ ਵਿੱਦਿਆ ਛੋਟੀ ਲੱਗਦੀ ਹੈ, ਮੇਰਾ ਪਰਾਕਰਮ ਮੈਨੂੰ ਛੋਟਾ ਲੱਗਦਾ। ਪਰ ਮੇਰੀ ਵਿੱਦਿਆ ਇਹ ਦੱਸ ਦੇਵੇਗੀ ਵੀ ਚੋਰ ਦਾ ਨਾਮ ਕੀ ਹੈ ਜਿਹੜਾ ਤੁਹਾਡਾ ਚੋਰ ਹੈ। ਉਸ ਚੋਰ ਦੇ ਮਾਲਕ ਦਾ ਨਾਮ ਕੀ ਹੈ ਔਰ ਉਹ ਚੋਰ ਕਿੰਨਾ ਕੁ ਅਨੁਭਵੀ, ਕਿੰਨੀ ਕੁ ਦੇਰ ਤੋਂ ਚੋਰੀਆਂ ਕਰਦਾ ਰਿਹਾ ਵੀ ਦੱਸ ਦੇਵਾਂਗਾ। ਆਪਣੇ ਨਾਨਕੇ ਰਹਿਣ ਦੇ ਦੌਰਾਨ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਕੁਝ ਐਸੇ ਲੋਕਾਂ ਦੀ ਸੰਗਤ ਮਿਲ ਗਈ ਜਿਹੜੇ ਚੋਰੀਆਂ ਕਰਦੇ ਸਨ ਤੇ ਆਪ ਵੀ ਉਸ ਪਾਸੇ ਪ੍ਰੇਰਿਤ ਹੋ ਗਏ। ਫਿਰ ਮਹਾਰਾਜ ਦੀ ਕਿਰਪਾ ਵਰਤੀ, ਭਾਈ ਅਦਲੀ ਜੀ ਦਾ ਸਾਥ ਮਿਲਿਆ ਤੇ ਗੁਰੂ ਅਰਜਨ ਦੇਵ ਜੀ ਦੇ ਕੋਲੋਂ ਸਿੱਖੀ ਧਾਰਨ ਕੀਤੀ ਤੇ ਫਿਰ ਮਹਾਰਾਜ ਜੀ ਦੇ ਵੱਡੇ ਵੱਡੇ ਕਾਰਜਾਂ ਵਿੱਚ ਆਪ ਨਾਲ ਸੇਵਾ ਕਰਦੇ ਰਹੇ। ਉਹ ਚੋਰ ਕਦੋਂ ਕਦੋਂ ਚੋਰੀਆਂ ਕਰਦਾ ਮੈਂ ਇਹ ਵੀ ਦੱਸ ਦੇਵਾਂਗਾ ਤੇ ਹੁਣ ਚੋਰੀਆਂ ਕਰਦਾ ਕਿ ਨਹੀਂ ਕਰਦਾ ਮੈਂ ਇਹ ਵੀ ਦੱਸ ਦੇਵਾਂਗਾ। ਦੱਸਾਂਗਾ ਸਾਰਾ ਸੱਚ ਔਰ ਐਸਾ ਸੱਚ ਦੱਸਾਂਗਾ ਤੁਹਾਨੂੰ ਭੁੱਲੇਗਾ ਨਹੀਂ, ਯਾਦ ਰਹੇਗਾ। ਇਸ ਲਈ ਤੁਸੀਂ ਥੋੜ੍ਹਾ ਜਿਹਾ ਸਮਾਂ ਮੈਨੂੰ ਹੋਰ ਦੇਵੋ। ਜਿਤਨੀ ਦੇਰ ਮੈਂ ਤੁਹਾਨੂੰ ਚੋਰ ਦਾ ਨਾਮ ਪਤਾ ਕਰਕੇ ਨਹੀਂ ਦੱਸ ਦਿੰਦਾ ਉਤਨੀ ਦੇਰ ਤੇ ਤੁਹਾਨੂੰ ਇੰਤਜ਼ਾਰ ਕਰਨਾ ਹੀ ਪੈਣਾ ਹੈ। ਜਿਸ ਵਿਦ ਗਇਓ ਹੈ ਜਹ ਕੋਰਾ। ਜਿਸ ਤਰੀਕੇ ਨਾਲ ਘੋੜਾ ਗਿਆ, ਕਿਉਂਕਿ ਤੁਹਾਡੇ ਸਾਰੇ ਖੋਜੀਆਂ ਨੇ ਦੱਸ ਦਿੱਤਾ ਭਈ ਖੋਜ ਖੁਰਾ ਦੀਵਾਰ ਤੱਕ ਹੀ ਜਾਂਦਾ, ਅੱਗੇ ਨਹੀਂ ਜਾਂਦਾ। ਤੇ ਮੈਂ ਤੁਹਾਡੇ ਦੱਸਣ ਤੋਂ ਪਹਿਲੇ ਹੀ ਦੱਸ ਦਿੱਤਾ ਵੀ ਇੱਥੋਂ ਤੱਕ ਘੋੜਾ ਆਇਆ, ਅੱਗੋਂ ਗੁਪਤ ਹੋ ਗਿਆ। ਤੇ ਕਹਿੰਦੇ ਹਾਂ ਇਹ ਵੀ ਗੱਲ ਠੀਕ ਹੋਇਆ ਤਾਂ ਇਸ ਤਰ੍ਹਾਂ ਹੀ ਹੈ ਜਿੰਨੇ ਵਧੀਆ ਵਧੀਆ ਸ਼ਾਹੀ ਖੋਜੀ ਬੁਲਾਏ ਨੇ ਉਹਨਾਂ ਸਾਰਿਆਂ ਨੇ ਇਹੀ ਦੱਸਿਆ ਵੀ ਇੱਥੋਂ ਤੱਕ ਉਹਦੇ ਖੁਰਦਾਂ ਦਾ ਨਿਸ਼ਾਨ ਮਿਲਦਾ, ਅੱਗੇ ਨਹੀਂ ਮਿਲਦਾ। ਅੱਗੋਂ ਘੋੜਾ ਅਲੋਪ ਹੋ ਗਿਆ, ਕੋਈ ਜਾਦੂਗਰ ਸੀ, ਚੋਰ ਕੋਈ ਇਸ ਤਰ੍ਹਾਂ ਦਾ ਸੀ, ਕਿੱਧਰ ਲੈ ਗਿਆ? ਤੇ ਬਹਾਦਰ ਬਾਬਾ ਬਿਧੀ ਚੰਦ ਜੀ ਕਹਿੰਦੇ ਨੇ ਉਹੀ ਤਾਂ ਮੈਂ ਤੁਹਾਨੂੰ ਦੱਸਣਾ, ਉਹਦਾ ਨਾਮ ਕੀ ਸੀ, ਉਹ ਕਦੋਂ ਤੋਂ ਚੋਰੀਆਂ ਕਰਦਾ ਸੀ, ਹੁਣ ਕਰਦਾ ਕਿ ਨਹੀਂ ਕਰਦਾ, ਉਹਦੇ ਮਾਲਕ ਦਾ ਕੀ ਨਾਮ ਹੈ।
ਤੇ ਘੋੜਾ ਕਿੱਥੇ ਹੈਗਾ ਹੈ, ਇਹ ਸਾਰਾ ਜਾਣਨ ਲਈ ਥੋੜਾ ਟਾਈਮ ਲੱਗੇਗਾ। ਜਾਨ ਲੀਨ ਮਨ ਮਾਨਿਓ ਮੋਰਾ। ਤੇ ਬਾਕੀ ਮੇਰਾ ਮਨ ਇਸ ਗੱਲ ਨਾਲ ਸਹਿਮਤ ਹੈ ਵੀ ਕਾਫੀ ਕੁਝ ਮੈਂ ਜਾਣ ਲਿਆ, ਮੈਨੂੰ ਪਤਾ ਚੱਲ ਗਿਆ, ਮੈਨੂੰ ਨਜ਼ਰ ਆਉਣ ਲੱਗ ਪਿਆ ਹੈ। ਪਠਨ ਹੈ ਇਹ ਗਿਣਤੀ ਕਾਮ। ਔਰ ਫਿਰ ਵੀ ਸਾਰੇ ਗ੍ਰਹਿ ਨਕਸ਼ਤਰਾਂ ਦੀ ਗਿਣਤੀ ਕਰਨਾ, ਇਹ ਜਿਹੜਾ ਕੰਮ ਹੈ ਔਖਾ ਹੈਗਾ, ਸੌਖਾ ਨਹੀਂ ਹੈਗਾ। ਬੜਿਆਂ ਨੇ 33 ਕਰੋੜ ਦੇਵਤਿਆਂ ਦਾ ਜ਼ਿਕਰ ਕੀਤਾ ਹੈ, 33 ਕੋਟੀ 33 ਸ਼੍ਰੇਣੀਆਂ। ਇੱਕ ਇਸ ਤਰ੍ਹਾਂ ਦਾ ਜੋਤਸ਼ੀ ਕਿਸੇ ਧਨਾੜ ਘਰ ਵਿੱਚ ਆ ਗਿਆ, ਤੇ ਘਰ ਵਿੱਚ ਉਸ ਵੇਲੇ ਸ਼ਾਹੂਕਾਰ ਦੀ ਪਤਨੀ ਹੈਗੀ ਸੀ, ਉਹਦੇ ਕੁਝ ਨੌਕਰ ਚਾਕਰ, ਕੁਝ ਦਾਸ ਦਾਸੀਆਂ ਸਨ। ਉਸਨੇ ਕਿਹਾ ਮੈਂ ਬਹੁਤ ਵੱਡਾ ਜੋਤਸ਼ੀ ਹਾਂ, ਮੈਂ ਭਵਿੱਖ ਦੱਸ ਦਿੰਦਾ, ਮੈਨੂੰ ਸਾਰਾ ਪਤਾ ਹੈ, ਸਾਰੇ ਹੱਲ ਕਰ ਦਿੰਦਾ। ਕੁਝ ਇਸ ਤਰ੍ਹਾਂ ਆਪੇ ਹੀ ਬਣੇ ਹੁੰਦੇ। ਉਹ ਧਨਾੜ ਦੀ ਪਤਨੀ ਕਹਿਣ ਲੱਗੀ ਵੀ ਮੇਰਾ ਵੀ ਭਵਿੱਖ ਦੱਸ ਦਿਓ। ਕਈਆਂ ਨੂੰ ਐਵੇਂ ਸ਼ੌਕ ਹੀ ਹੁੰਦਾ ਵੀ ਸਭ ਕੁਝ ਤੇਰੇ ਕੋਲ ਹੈ, ਸੋਹਣਾ ਘਰ ਤੇਰੇ ਕੋਲ ਹੈ, ਆਮਦਨ ਤੇਰੇ ਕੋਲ ਹੈ, ਮਾਣ ਸਨਮਾਨ ਹੈ, ਨੌਕਰ ਚਾਕਰ ਹੈ, ਹੋਰ ਤੂੰ ਖੇ ਲੈਣੀ ਹੈ, ਹੋਰ ਤੈਨੂੰ ਕੀ ਚਾਹੀਦਾ। ਪਰ ਪਤਾ ਨਹੀਂ ਫਿਰ ਐ ਹੱਥ ਅੱਗੇ ਕਰ ਦੇਣਗੇ ਜਿਵੇਂ 100 ਜਨਮਾਂ ਦਾ ਮੰਗਤਾ ਹੱਥ ਫੈਲਾ ਕੇ ਮੰਗ ਰਿਹਾ ਹੋਵੇ। ਜੋਤਸ਼ੀ ਮਹਾਰਾਜ ਮੇਰਾ ਹੱਥ ਦੇਖੋ। ਤੋ ਐਵੇਂ ਹੀ ਪੈਨ ਜਿਹਾ ਫੇਰਦਾ ਫੇਰਦਾ ਨਾ, ਉਹਦੇ ਕੋਲ ਕਿਸੇ ਪੰਛੀ ਦੇ ਖੰਭ ਦੀ ਕਲਮ ਸੀ, ਉਹ ਰੇਖਾਵਾਂ 'ਤੇ ਫੇਰਨ ਲੱਗ ਪਿਆ। ਇਹ ਰੇਖਾ ਪੂਰਬ ਨੂੰ ਜਾ ਰਹੀ ਹੈ, ਇਹ ਪੱਛਮ ਨੂੰ ਜਾ ਰਹੀ ਹੈ। ਹੁਣ ਜਿਸ ਦਿਸ਼ਾ ਵੱਲ ਬੰਦੇ ਦਾ ਮੂੰਹ ਹੋਵੇਗਾ, ਸਿੱਧੀਆਂ ਰੇਖਾ ਉੱਧਰ ਨੂੰ ਹੀ ਜਾਣਗੀਆਂ। ਉੱਥੇ ਕਿਹੜੀਆਂ ਸੜਕਾਂ ਬਣੀਆਂ ਹੋਈਆਂ ਵੀ ਰੇਖਾ ਜਾ ਰਹੀ ਹੈ ਤੇ ਰੇਖਾ ਆ ਰਹੀ ਹੈ, ਕਿੱਥੋਂ ਆ ਰਹੀ ਹੈ ਤੇ ਕਿੱਥੇ ਜਾ ਰਹੀ ਹੈ। ਕਾਫੀ ਲੰਬਾ ਸਮਾਂ ਉਹਨੇ ਇਸ ਤਰ੍ਹਾਂ ਜ਼ਾਇਆ ਕੀਤਾ ਤੇ ਉਹ ਧਨਾੜ ਦੀ ਪਤਨੀ ਅੱਕ ਗਈ, ਆਖਣ ਲੱਗੀ ਫਿਰ ਕੁਝ ਦੱਸੋ ਵੀ। ਕਹਿਣ ਲੱਗਾ ਸਭ ਕੁਝ ਤੇ ਠੀਕ ਹੈ, ਘਰ ਵੀ ਚੰਗਾ ਹੈ, ਆਮਦਨ ਵੀ ਚੰਗੀ, ਮਾਣ ਸਨਮਾਨ ਵੀ ਚੰਗਾ, ਪਰ ਆਉਣ ਵਾਲੇ ਸਮੇਂ 'ਚ ਕੁਝ ਵੀ ਨਹੀਂ ਰਹਿਣਾ, ਭਵਿੱਖ ਬੜਾ ਖਰਾਬ ਆ ਰਿਹਾ। ਚਿੰਤਾ ਪੈ ਗਈ, ਕੀ ਹੋ ਜਾਵੇਗਾ, ਸਭ ਕੁਝ ਤਬਾਹ ਹੁੰਦਾ ਦਿਖਾਈ ਪੈ ਰਿਹਾ। ਆਖਿਆ ਫਿਰ ਪੰਡਤ ਜੀ ਦਾ ਉਪਾਅ ਕੀ ਹੈਗਾ। ਕਹਿਣ ਲੱਗਾ ਬਸ ਜ਼ਿਆਦਾ ਨਹੀਂ, 33 ਕਰੋੜ ਦੇਵਤਿਆਂ ਨੂੰ ਪ੍ਰਸੰਨ ਕਰਨਾ ਤੇ ਹਰ ਇੱਕ ਦੇ ਨਾਮ ਤੇ 1-1 ਰੁਪਈਆ ਦਾਨ ਕਰਨਾ, ਹਰ ਦੇਵਤੇ ਦੇ ਨਾਮ ਤੇ 1-1 ਰੁਪਈਆ ਦਾਨ ਕਰਨਾ। ਉਹ ਕਹਿਣ ਲੱਗੀ ਇੰਨਾ 33 ਕਰੋੜ ਤਾਂ ਸਾਡੇ ਕੋਲ ਹੈ ਵੀ ਨਹੀਂ ਕਿ 1 ਰੁਪਇਆ ਦਾਨ ਕਰੀਏ। ਤੂੰ ਅੱਧੇ ਦੇ ਨਾਲ ਉਸਨੇ ਸੋਚਿਆ ਚੱਲ ਅੱਧਾ ਕਰ ਦਿਓ, ਜੇ 33 ਹੈ ਤੇ 16.5 ਕਰ ਦਿਓ, 50-50 ਪੈਸੇ 8-8 ਆਨੇ ਦਾਨ ਕਰ ਦਿਓ। ਉਹ ਕਹਿਣ ਲੱਗੀ ਵੀ ਇਤਨਾ ਵੀ ਸਾਡੇ ਕੋਲ ਨਹੀਂ ਹੈਗਾ। ਕਹਿਣ ਲੱਗਾ ਫਿਰ ਚੰਗਾ ਜ਼ਿਆਦਾ ਨਹੀਂ ਤੇ ਘੱਟੋ ਘੱਟ 1-1 ਦੇ ਨਾਮ ਤੇ 25-25 ਪੈਸੇ ਤਾਂ ਕਰੋ, 8.25 ਕਰੋੜ ਤਾਂ ਦਾਨ ਕਰੋ। ਉਹ ਕਹਿਣ ਲੱਗੀ ਇੰਨਾ ਵੀ ਨਹੀਂ ਹੈਗਾ। ਕਹਿਣ ਲੱਗਾ ਫਿਰ ਚੰਗਾ ਜੇ ਇੰਨਾ ਵੀ ਨਹੀਂ ਹੈਗਾ ਤੇ 10-10 ਪੈਸੇ ਤਾਂ ਕਰੋ, ਖੁਸ਼ ਹੋ ਜਾਣਗੇ ਦੇਵਤੇ, ਅਸੀਂ ਉਹਨਾਂ ਨੂੰ ਮਨਾ ਲਵਾਂਗੇ। ਉਹ ਕਹਿਣ ਲੱਗੀ ਨਹੀਂ ਇਸ ਤਰ੍ਹਾਂ ਹੈ, ਮੈਂ ਆਪਣੇ ਸੇਠ ਨੂੰ ਪੁੱਛ ਕੇ ਤੇ 1-1 ਦੇਵਤੇ ਦੇ ਨਾਮ ਤੇ 1-1 ਪੈਸਾ ਦਾਨ ਕਰ ਸਕਦੀ ਹੈ। ਉਹਨੇ ਫਿਰ ਕੈਲਕੂਲੇਟ ਕੀਤਾ ਵੀ ਹੁਣ ਤੁਹਾਡੇ 'ਚੋਂ ਕਈ ਲੱਗ ਪੈਣੇ ਵਿੱਚ ਹੀ ਕੈਲਕੂਲੇਟ ਕਰਨ ਵੀ ਕਿੰਨੀ ਰਕਮ ਬਣੇਗੀ। ਕਈਆਂ ਨੇ ਕੈਲਕੂਲੇਟਰ ਕੱਢ ਵੀ ਲਏ ਹੋਣੇ ਨੇ। ਹੁਣ ਇਹਨਾਂ ਹਿਸਾਬ ਦਾ ਮੈਨੂੰ ਵੀ ਨਹੀਂ ਪਤਾ ਵੀ ਮੈਂ ਦੱਸ ਸਕਾਂ ਵੀ ਕਿੰਨੇ ਬਣ ਗਏ। ਪਰ ਕਹਿਣ ਲੱਗੀ ਵੀ ਪੰਡਤ ਜੀ ਮਹਾਰਾਜ ਮੇਰੀ ਇੱਕ ਸ਼ਰਤ ਹੈਗੀ ਹੈ, ਤੁਹਾਨੂੰ ਉਹ ਕਰਨੀ ਪੈਣੀ ਹੈ, ਤਾਂ 1-1 ਦੇਵਤੇ ਦੇ ਨਾਮ ਤੇ ਮੈਂ 1-1 ਪੈਸਾ ਦਾਨ ਕਰ ਦੇਵਾਂਗੀ।
ਤਾਂ ਕਿ ਮੇਰਾ ਸਾਰਾ ਸੁੱਖ ਦਾ ਸਾਧਨ, ਦਾਸ ਦਾਸੀਆਂ, ਮੇਰਾ ਪਤੀ, ਕਾਰੋਬਾਰ, ਵਪਾਰ ਸਭ ਕੁਝ ਬਚਿਆ ਰਵੇ। ਆਖਣ ਲੱਗੇ ਜੀ ਉਹ ਸ਼ਰਤ ਕਿਹੜੀ ਹੈ? ਆਖਣ ਲੱਗੀ ਸ਼ਰਤ ਇਹ ਹੈ ਬਈ ਤੁਸੀਂ ਇੱਕ ਇੱਕ ਦੇਵਤੇ ਦਾ ਨਾਮ ਲਈ ਜਾਓ ਤੇ ਮੈਂ ਇੱਕ ਇੱਕ ਪੈਸਾ ਦੇਈ ਜਾਂਦੀ। ਆਖਣ ਲੱਗਾ ਇਤਨੇ ਦੇਵਤਿਆਂ ਦੇ ਨਾਮ ਮੈਨੂੰ ਕਿੱਥੇ ਯਾਦ ਨੇ? ਤੇ ਕਹਿਣ ਲੱਗੀ ਜੇ ਤੈਨੂੰ ਦੇਵਤਿਆਂ ਦੇ ਨਾਮ ਹੀ ਯਾਦ ਨਹੀਂ ਤੇ ਫਿਰ ਉਹਨਾਂ ਦਾ ਐਡਰੈਸ ਕਿੱਥੇ ਯਾਦ ਹੋਣਾ? ਫਿਰ ਉਹਦੇ ਨਾਲ ਜਾਣ ਪਛਾਣ ਕਿੱਥੇ ਹੋਣੀ ਹੈ? ਇਸ ਲਈ ਤੂੰ ਪ੍ਰਸ਼ਾਦਾ ਛਕ ਲਿਆ, ਹੁਣ ਤੂੰ ਜਾ, ਇਹ ਨਾ ਹੋਵੇ ਕਿ ਤੇਰੀ ਹੋਰ ਤਰ੍ਹਾਂ ਹੀ ਸੇਵਾ ਹੋ ਜਾਏ। ਕਈ ਇਸ ਤਰ੍ਹਾਂ ਵੀ ਬਣੇ ਹੁੰਦੇ ਨੇ, ਬੜੇ ਪਖੰਡੀ, ਬੜੇ ਆਪਣੇ ਆਪ ਨੂੰ ਦੱਸਣਗੇ ਮੈਂ ਇਹ ਕਰ ਦੇਣਾ, ਮੈਂ ਇਹ ਕਰ ਦੇਣਾ, ਆਪਣਾ ਭਵਿੱਖ ਪਤਾ ਨਹੀਂ ਹੁੰਦਾ। ਪਰ ਆਦਿ ਕਾਲ ਤੋਂ ਸਿਆਣੇ ਲੋਕ ਹੁੰਦੇ ਵੀ ਨੇ ਤੇ ਕਈ ਮੂਰਖਾਂ ਦੇ ਚੱਕਰ 'ਚ ਵੀ ਫਸ ਜਾਂਦੇ ਨੇ। ਇਸ ਤਰ੍ਹਾਂ ਦਾ ਪਖੰਡ ਵੀ ਬਹੁਤ ਚੱਲਦਾ ਹੈ। ਇਹ ਵੀ ਕੁਝ ਇਸ ਤਰ੍ਹਾਂ ਦੇ ਖਿਆਲਾਂ ਦਾ ਸੀ। ਬਹਾਦਰ ਬਾਬਾ ਬਿਧੀ ਚੰਦ ਕਹਿਣ ਲੱਗੇ ਮੈਂ ਸਾਰਾ ਨਾਮ ਵਗੈਰਾ ਜਾਣ ਲਿਆ ਹੈ ਤੇ ਮੇਰਾ ਮਨ ਸਹਿਮਤ ਹੋ ਗਿਆ, ਬਸ ਮੈਂ ਹੁਣੇ ਥੋੜ੍ਹੀ ਦੇਰ ਬਾਅਦ ਦੱਸਦਾ, ਕਿਉਂਕਿ ਗਿਣਤੀ ਮਿਣਤੀ ਕਠਨ ਹੈ, ਐਨੀ ਸੌਖੀ ਨਹੀਂ ਹੈ। ਤੁਮ ਕੀ ਜੈ ਸੁਖ ਸੰਗ ਆਰਾਮ। ਬਾਕੀ ਤੁਹਾਨੂੰ ਸਾਹ ਜੀ ਚਿੰਤਾ ਕਰਨ ਦੀ ਲੋੜ ਨਹੀਂ, ਤੁਸੀਂ ਆਰਾਮ ਕਰੋ ਜਾ ਕੇ ਉਸੇ ਹੀ ਕਮਰੇ 'ਚ ਜਿਸ ਕਮਰੇ 'ਚ ਤੁਸੀਂ ਉਦੋਂ ਸੀ ਜਦੋਂ ਪਹਿਲਾ ਘੋੜਾ ਗਿਆ। ਚਾਰ ਘੜੀ ਕੈ ਜਾਮ ਬਿਤਾਉ। ਜਦੋਂ ਪਹਿਲੇ ਪੈਰ ਦੀਆਂ 4 ਘੜੀਆਂ ਇੱਕ ਪੈਰ ਨਿਕਲ ਜਾਵੇਗਾ, ਨਾਮ ਠਾਮ ਤੁਮ ਪਾਸ ਬਤਾਉ। ਉਸ ਵੇਲੇ ਮੈਂ ਸਾਰਾ ਨਾਮ, ਸਾਰਾ ਅਸਥਾਨ, ਬਈ ਘੋੜਾ ਕਿੱਥੇ ਹੈ, ਲੈ ਕੇ ਕੌਣ ਗਿਆ ਤੇ ਕਿਸ ਦੇ ਕੋਲ ਹੈਗਾ, ਉਹ ਸਾਰਾ ਦੱਸ ਦੇਵਾਂਗਾ। ਭਈ ਨਿਸਾ ਪਸਰਿਓ ਅੰਧਕਾਰਾ। ਇਸ ਤਰ੍ਹਾਂ ਫਿਰ ਰਾਤ ਦਾ ਸਮਾਂ ਆ ਗਿਆ ਤੇ ਹਨੇਰਾ ਪਸਰ ਗਿਆ, ਹਨੇਰੇ ਦਾ ਟਾਈਮ ਬਣ ਗਿਆ। ਲਖਿਓ ਸਹੋਇਮ ਖੋਜੀ ਭਾਰਾ। ਤੇ ਬਾਦਸ਼ਾਹ ਮਨ ਵਿੱਚ ਸੋਚਣ ਲੱਗਾ ਬਈ ਇਹ ਤਾਂ ਬਹੁਤ ਵੱਡਾ ਖੋਜੀ ਹੈ, ਕਿਉਂਕਿ ਹੁਣ ਤੱਕ ਜਿੰਨੀਆਂ ਗੱਲਾਂ ਦੱਸੀਆਂ ਸਾਰੀਆਂ ਹੀ ਸੱਚ ਨੇ। ਸਾਰਾ ਹੀ ਬਿਧੀ ਚੰਦ ਜੀ ਨੇ ਦੱਸ ਦਿੱਤਾ। ਇਸ ਤਰ੍ਹਾਂ ਘਾਹ ਲਿਆਉਣ ਵਾਲਾ ਸੀ, ਦਰੋਗੇ ਨਾਲ ਨੇੜਤਾ ਬਣੀ, ਫਿਰ ਦਰੋਗਾ ਲੈ ਕੇ ਆਇਆ, ਫਿਰ ਇਸ ਤਰ੍ਹਾਂ ਉਹਦਾ ਘੋੜੇ ਨਾਲ ਪਿਆਰ ਬਣ ਗਿਆ, ਫਿਰ ਇਸ ਤਰ੍ਹਾਂ ਉਹ ਇੱਥੋਂ ਤੱਕ ਆਇਆ। ਅਗਲੀ ਗੱਲ ਨਹੀਂ ਦੱਸ ਰਹੇ ਸਨ ਤੇ ਟਾਈਮ ਬਾਏ ਕਰ ਰਹੇ ਸਨ। ਜੇ ਕਰ ਥਾਨ ਰੂਪ ਜੇ ਕਰ ਥਾਮ ਰੂ ਨਾਮ ਬਤਾਵੇ। ਫਿਰ ਮਨ ਵਿੱਚ ਖੋਜਣ ਸੋਚਣ ਲੱਗਾ ਬਾਦਸ਼ਾਹ ਬਈ ਇਹ ਤਾਂ ਬਹੁਤ ਵੱਡਾ ਖੋਜੀ, ਬੜਾ ਭਾਰਾ ਖੋਜੀ ਹੈ। ਜੇਕਰ ਨਾਮ ਤੇ ਥਾਂ ਦੱਸ ਦੇਵੇ, ਓ ਮੇਰੋ ਹੈ ਕਹੂੰ ਨ ਜਾਵੇ। ਫਿਰ ਉਹ ਮੇਰਾ ਘੋੜਾ ਕਿੱਥੇ ਜਾਏਗਾ? ਭਾਵ ਮੈਂ ਲੈ ਆਵਾਂਗਾ, ਮੇਰੇ ਕੋਲ ਸੈਨਾ ਹੈ, ਬਲ ਹੈ, ਸਭ ਕੁਝ ਹੈ। ਆਪਣੋ ਕੋਪ ਨਿਕਾਰੋ ਸਾਰਾ। ਨਾਲੇ ਜਿਹੜਾ ਚੋਰ ਮੇਰਾ ਘੋੜਾ ਲੈ ਗਿਆ ਤੇ ਜਿਹੜੇ ਉਹਦੇ ਮਾਲਕ ਨੇ ਬੰਨਿਆ ਹੋਇਆ, ਆਪਣਾ ਸਾਰਾ ਗੁੱਸਾ ਉਸ ਤੇ ਲਾਵਾਂਗਾ। ਕੈਸੇ ਹੋਏ ਪ੍ਰਾਨ ਦੇਹੁ ਮਾਰਾ। ਭਾਵੇਂ ਕਿੰਨਾ ਹੀ ਸ਼ਕਤੀਸ਼ਾਲੀ ਹੋਵੇ, ਉਹਦਾ ਸਿਰ ਲਾ ਦੇਵਾਂਗਾ ਮੈਂ, ਛੱਡਾਂਗਾ ਨਹੀਂ, ਉਹਦੇ ਪ੍ਰਾਣ ਹਾਨ ਕਰ ਦੇਵਾਂਗਾ। ਸਨ ਹੋਏ ਪ੍ਰਤੀਖਤ ਫੇਰ। ਇਸ ਤਰ੍ਹਾਂ ਖਾਮੋਸ਼ ਹੈ ਤੇ ਇੰਤਜ਼ਾਰ ਕਰਦਾ ਪਿਆ ਵੀ ਕਦੋਂ। ਚਾਬੀਆਂ ਸਾਰੀਆਂ ਜੋਤਸ਼ੀ ਦੇ ਕੋਲ ਨੇ, ਤਾਲੇ ਸਾਰੇ ਲੱਗੇ ਹੋਏ ਨੇ, ਰਾਤ ਦਾ ਹਨੇਰਾ ਬਣਿਆ ਹੋਇਆ ਹੈ। ਬਸ ਅੱਧੀ ਰਾਤ 'ਚ ਥੋੜ੍ਹਾ ਹੀ ਸਮਾਂ ਬਾਕੀ ਹੈ ਤੇ ਮੈਨੂੰ ਸਾਰਾ ਪਤਾ ਚੱਲ ਜਾਵੇਗਾ। ਅਚਰਜ ਬਰਤੈ ਹਿਰਦੈ ਵਡੇਰਾ। ਤੇ ਮਨ ਵਿੱਚ ਬੜਾ ਹੈਰਾਨ ਵੀ ਹੋ ਰਿਹਾ ਹੈ। ਕਹਿਤ ਸੁਨਤ ਲਾਰਾ ਇਮ ਦੇਤ। ਤੇ ਫਿਰ ਇਸ ਤਰ੍ਹਾਂ ਬਹਾਦਰ ਬਾਬਾ ਬਿਧੀ ਚੰਦ ਜੀ ਕੁਝ ਕਹਿ ਦਿੰਦੇ ਨੇ, ਅਗਲਾ ਸੁਣ ਲੈਂਦਾ, ਐਦਾਂ ਲਾਰਾ ਲਾਈ ਜਾਂਦੇ ਨੇ ਵੀ ਹੁਣੇ ਦੱਸਦਾ, ਹੁਣੇ ਦੱਸਦਾ। ਹਾਂ, ਭਇਓ ਸਭ ਰੀਤ ਸੁਚੇਤ। ਤੇ ਹਰ ਤਰ੍ਹਾਂ ਨਾਲ ਬਹਾਦਰ ਬਾਬਾ ਬਿਧੀ ਚੰਦ ਜੀ ਵੀ ਸੁਚੇਤ ਨੇ ਤੇ ਇਹ ਬਾਦਸ਼ਾਹ ਵੀ ਜਿਹੜਾ ਹਾਕਮ ਹੈ ਸੁਚੇਤ ਹੈ। ਰੇਸ਼ਮ ਡੋਰ ਬੰਧਿਓ ਸੁਭ ਕੋਰਾ। ਬਹੁਤ ਸੋਹਣੀ ਮਜ਼ਬੂਤ ਰੇਸ਼ਮ ਦੀ ਡੋਰ ਨਾਲ ਬੰਨਿਆ ਹੋਇਆ।
ਕਿਲੇ ਦੇ ਨਾਲ। ਗੰਠ ਛੋਰ ਤੂਰਨ ਬੜ ਜੋਰਾ। ਔਰ ਇਸ ਤਰ੍ਹਾਂ ਗੰਢ ਛੱਡ ਕੇ ਤੁਰੰਤ ਬਹੁਤ ਵੱਡੇ ਜ਼ੋਰ ਵਾਲਾ ਘੋੜਾ ਹੈ। ਹਸ਼ਟ ਗੁਰਨ ਕੇ ਨਾਮ ਪ੍ਰਕਾਸ਼। ਬਹਾਦਰ ਬਾਬਾ ਬਿਧੀ ਚੰਦ ਜੀ ਨੇ ਗੰਢ ਛੁਡਾ ਲਈ ਕਿਲੇ ਨਾਲੋਂ। ਬੜਾ ਬਲਵਾਨ ਘੋੜਾ ਹੈ ਤੇ ਗੰਢ ਖੋਲ ਕੇ ਆਪਣੇ ਹੱਥ ਵਿੱਚ ਰੇਸ਼ਮ ਦੀ ਡੋਰ ਪਕੜ ਕੇ ਤੇ 6 ਗੁਰੂ ਸਾਹਿਬਾਂ ਦੇ ਨਾਮ ਲਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ, ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਅਤੇ ਹਾਜ਼ਰ ਨਾਜ਼ਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇਸ ਤਰ੍ਹਾਂ ਅਰਦਾਸ ਰੂਪ ਵਿੱਚ ਬਹਾਦਰ ਬਾਬਾ ਬਿਧੀ ਚੰਦ ਜੀ ਨੇ 6 ਗੁਰੂ ਸਾਹਿਬਾਨ ਜੀ ਦੇ ਨਾਮ ਸ਼ਰਧਾ ਸਤਿਕਾਰ ਸਹਿਤ ਉਚਾਰਨ ਕੀਤੇ। ਹਾਥ ਜੋਰ ਕੀ ਨਸ ਅਰਦਾਸ। ਇਹ ਰੇਸ਼ਮ ਦੀ ਡੋਰ ਹੱਥ ਵਿੱਚ ਪਕੜੀ ਹੋਈ, ਕਿਸੇ ਨੂੰ ਦਿਖਦਾ ਰਿਹਾ ਨਹੀਂ, ਹਨੇਰਾ ਹੈਗਾ ਹੈ, ਪਰ ਗੁਰੂ ਨੂੰ ਸਭ ਕੁਝ ਦਿਖਦਾ। ਗੁਰੂ ਸਭ ਕੁਝ ਜਾਣਦਾ ਹੈ। ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਹੱਥ ਜੋੜ ਕੇ ਅਰਦਾਸ ਕਰਨ ਲੱਗ ਪਏ। ਆਪਣਾ ਕਾਰਜ ਆਪ ਬਣਾਵੋ। ਏ ਗਰੀਬ ਨਵਾਜ਼ ਮੇਰੀਆਂ ਪੀਰੀਆਂ ਦੇ ਦਾਤੇ, ਹਰੀ ਰੂਪ ਹਰੀ ਗੋਬਿੰਦ ਸਤਿਗੁਰੂ ਜੀ, ਇਹ ਤੁਹਾਡਾ ਕਾਰਜ ਹੈ, ਆਪ ਹੀ ਪੂਰਾ ਕਰ ਲਓ। ਮੇਰੇ ਵੱਸ ਦੀ ਗੱਲ ਨਹੀਂ। ਭਾਵੇਂ ਬੜੇ ਵਿਉਂਤਬਾਜ਼ੀ ਉਹਨਾਂ ਦੇ ਕੋਲ ਹੈ, ਮਹਾਨ ਬੁੱਧੀਵਾਨ ਨੇ, ਬ੍ਰਹਮ ਗਿਆਨੀ ਨੇ, ਗੁਰੂ ਦੇ ਨਿਵਾਜੇ ਹੋਏ ਨੇ, ਪਰ ਫਿਰ ਵੀ ਕਹਿੰਦੇ ਨੇ, ਹੇ ਗੁਰੂ ਪਿਤਾ ਮੈਂ ਕੁਛ ਨਹੀਂ ਜਾਣਦਾ। ਇਹ ਸਿੱਖੀ ਨੂੰ ਸਮਝਣ ਦਾ ਬੜਾ ਗਹਿਰਾ ਨੁਕਤਾ ਹੈ। ਕਈ ਤਾਂ ਆ ਜਾਣਗੇ 2-4 ਕਿਤਾਬਾਂ ਪੜ੍ਹੀਆਂ ਹੁੰਦੀਆਂ ਨੇ ਤੇ ਉਹ ਸਿਰ ਨੂੰ ਹੀ ਚੜ੍ਹੀਆਂ ਹੁੰਦੀਆਂ ਨੇ, ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਤੇ ਹੀ ਸ਼ੱਕ ਕਰਨ ਲੱਗ ਪੈਣਗੇ ਤੇ ਕਮਲੇ ਲੋਕ ਉਹਨਾਂ ਨਾਲ ਸਹਿਮਤ ਹੋਣ ਲੱਗ ਪੈਣਗੇ। ਸਮਝਦੇ ਕੁਝ ਹੈ ਨਹੀਂ, ਪਰ ਆਪਣੇ ਆਪ ਨੂੰ ਇੰਝ ਕਹਿਣਗੇ, ਮੈਂ ਬੜਾ ਗਿਆਨੀ, ਮੈਂ ਬੜਾ ਵਿਦਵਾਨ, ਮੈਨੂੰ ਬੜਾ ਮਰਿਆਦਾ ਦਾ ਪਤਾ ਹੈ, ਤੇ ਪਤਾ ਕੱਖ ਹੁੰਦਾ ਨਹੀਂ। ਮਰਿਆਦਾ ਦੇ ਪਹਿਲੇ ਅੱਖਰ ਦਾ ਵੀ ਨਹੀਂ ਪਤਾ ਹੁੰਦਾ। ਪਰ ਧੰਨ ਨੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ। ਹੇ ਗੁਰੂ, ਮੈਂ ਬਹੁਤ ਅਣਜਾਣ ਹਾਂ, ਮੈਂ ਕੁਝ ਕਰ ਨਹੀਂ ਸਕਦਾ। ਭਾਵੇਂ ਮਹਾਰਾਜ ਨੇ ਪਹਿਲਾ ਘੋੜਾ ਲਿਆਉਣ ਦਾ ਵੀ ਉਹਨਾਂ ਨੂੰ ਮਾਣ ਬਖਸ਼ਿਆ, ਸਾਰਾ ਤਜਰਬਾ ਹੈ। ਪਾਣੀ ਘੱਟ ਕਿੱਥੇ ਹੈ, ਵੱਧ ਕਿੱਥੇ ਹੈ, ਕਿਵੇਂ ਛਲਾਂਗ ਲਗਵਾਉਣੀ ਹੈ, ਉਹ ਸਾਰਾ ਪਤਾ ਹੈ। ਪਰ ਫਿਰ ਵੀ ਕਹਿੰਦੇ ਨੇ, ਮਹਾਰਾਜ ਮੈਂ ਅਣਜਾਣ ਸੇਵਕ ਹਾਂ, ਤੁਹਾਡਾ ਕੰਮ ਹੈ, ਤੁਸੀਂ ਆਪ ਰਾਸ ਕਰ ਲਵੋ। ਦਾਸ ਜਾਨ ਮੋਹਿ ਜਸ ਬਿਦਤਾਵ। ਮਹਾਰਾਜ ਸੱਚੇ ਪਾਤਸ਼ਾਹ ਆਪਣਾ ਦਾਸ ਜਾਣ ਕੇ ਆਪ ਮੇਰਾ ਜਸ ਵਧਾ ਰਹੇ ਹੋ। ਇਮ ਕਹਿ ਤਰਨੀ ਪਰ ਸਿਰ ਧਰਿਓ। ਇਸ ਤਰ੍ਹਾਂ ਕਹਿ ਕੇ ਜ਼ਮੀਨ ਤੇ ਸਿਰ ਰੱਖਿਆ ਤੇ ਬੋਲੇ ਆਖੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਕਾ ਭਲਾ। ਬਹੁਰ ਪ੍ਰਣਾਮ ਤੁਰੰਗ ਪਗ ਕਰਿਓ। ਪਹਿਲੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ ਕਹਿ ਕੇ ਮਹਾਰਾਜ ਜੀ ਦੇ ਸ੍ਰੀ ਚਰਨ ਕਮਲਾਂ ਦਾ ਧਿਆਨ ਕਰਦਿਆਂ ਹੋਇਆ ਜ਼ਮੀਨ ਤੇ ਸਿਰ ਰੱਖਿਆ ਤੇ ਬਾਅਦ ਵਿੱਚ ਘੋੜੇ ਦੇ ਚਰਨਾਂ ਨੂੰ ਵੀ ਸਪਰਸ਼ ਕੀਤਾ। ਆਖਿਆ, ਤੂੰ ਸਤਿਗੁਰੂ ਜੀ ਦੀ ਸਵਾਰੀ ਕਰਨ ਦੇ ਕਾਬਲ ਹੈ, ਤੇ ਮੈਨੂੰ ਮਜਬੂਰੀ ਵਿੱਚ ਤੇਰੀ ਸਵਾਰੀ ਮਾਣਨੀ ਪੈਣੀ। ਮਜਬੂਰੀ ਵਿੱਚ ਮੈਂ ਨਹੀਂ ਚਾਹੁੰਦਾ ਕਿ ਮੈਂ ਤੇਰੀ ਪਿੱਠ ਤੇ ਸਵਾਰ ਹਾਂ। ਆਮ ਸਮਾਂ ਹੁੰਦਾ ਤਾਂ ਮੈਂ ਹੱਥ ਪਕੜ ਕੇ, ਲਗਾਮ ਹੱਥ ਵਿੱਚ ਪਕੜ ਕੇ ਲੈ ਜਾਂਦਾ, ਨੰਗੇ ਪੈਰੀਂ ਚੱਲ ਕੇ ਜਾਂਦਾ। ਪਰ ਹੁਣ ਸਮਾਂ ਬਿਖਮ ਹੈ, ਇਸ ਕਰਕੇ ਹੈ ਸਤਿਗੁਰੂ ਜੀ ਦੇ ਦਿਲਬਾਗ ਘੋੜੇ ਮੈਨੂੰ ਮਾਫ ਕਰ ਦੇਣਾ। ਸਾਧ ਸੰਗਤ ਇਹੀ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ, ਪਾਵਨ ਬੀੜ ਆਪਣੇ ਸੀਸ ਤੇ ਬਿਰਾਜਮਾਨ ਕਰਾਉਂਦਾ ਤੇ ਘਰ ਪਹੁੰਚਾਉਂਦਾ ਹੈ, ਤੇ ਫਿਰ ਅਰਦਾਸ ਕਰਦਾ, ਮਹਾਰਾਜ ਮੈਂ ਨਿਮਾਣਾ ਸੇਵਕ। ਆਪ ਜੀ ਨੂੰ ਰਸਤੇ ਵਿੱਚ ਆਉਂਦਿਆਂ
हो सकता है मैं थोड़े सत्कार का ख्याल ना रख सकिया होवां, ते फिर माफ़ी मंगदा है, पहले भी अरदास करदा है। ये अरदास सिख दे जीवन का वड्डा नुकता है कि सच जानना जिथे अरदास होंदी है ना उत्थे गुरु की कला वरत जाती। एक जिक्र आया, मैं आप जी को सरवण करा देना थाईलैंड का। थाईलैंड में एक गुरुद्वारा श्री गुरु सिंह सभा है जिहड़ा सिखां की आबादी वाला, पहले बहुत सारी सिखां की उत्थे आबादी सी, चक्रा फेट जगह का नाम, बैंकॉक शहर विच। और इस देश विच महाराज की बड़ी मेहर है भाई जितने भी देश विच शहर ने उत्थे गुरुद्वारे ने ते सारियां दी कमेटी इक्को ही है, वख-वख कमेटियां नहीं हैगी। मैं कोई 26-27 साल लगातार हर साल थाईलैंड दियां संगतां दे बुलावे ते उत्थे पहुँचदा रहा, हाज़रियां भरदा रहा। पंथ रतन ज्ञानी संत सिंह मस्कीन जी हाज़रियां भरदे रहे। उत्ते एक गुणी जन ग्रंथी साहब होए श्रीमान ज्ञानी अर्जन सिंह जी, बहुत वड्डा प्रचार प्रसार गुरमत का उन्होंने थाईलैंड विच कीता। बच्चों नूं बाणी का कीर्तन, गुरबाणी का पाठ, कोई मसला होवे ते वो सुलझा देंदे सो। हुण वो शरीर करके नहीं रहे पर यादां विच अज भी सत्कारयोग ज्ञानी अर्जन सिंह जी है ने। पहला श्री ननकाना साहब जी के ग्रंथी हो रहे हो। बहुत संगतां नूं उन्होंने अपने जीवन दे करके, महाराज के भरोसे करके और नितनेम की बरकत करके जोड़िया। तो मैं ऐसा वो थां देखा भी अमृत वेले गुरुद्वारा साहब भरिया होंदा। अजकल तो शायद लॉकडाउन करके संगतां दा इतना वड्डा इकट्ठ ना होंदा होवे। मैं अरदास की बरकत की गल कर रहा सी। रोज़ अरदास होंदी है, समागम होंदे ने और लंगर निर्विघन चलते ने। तो जदों सैकंड वर्ल्ड वार होई ना, उस वेले गुरुद्वारा साहिब जी के नाल ही एक पावर ग्रिड हैगा जिहड़ा बिजली का पावर स्टेशन है, जिवें साडे इधर होंदे ने इस तरह का है। तो जापान की आर्मी ने उस पावर ग्रिड नूं टारगेट करके ते एक बहुत वड्डी मिसाइल दागी, पर वो निशाना खुंड गया। तो श्री गुरु सिंह सभा बैंकॉक की छत ते मिसाइल आ डिगी, जिहड़ा बंब सी जापान की आर्मी का, वो गुरुद्वारा साहब ते डिग पिया। ते 4 मंजिला शायद उदों गुरुद्वारा सी। वो 4 मंजिलां 4 छत 4 लेंटर फाड़ के ते जिथों संगतां पौड़ियां तो उपर चढ़दियां ने, अजकल वो 7 मंजिला अस्थान है, उत्थे पौड़ियां विच आ डिगे। तो उस वेले थाईलैंड दियां युद्ध सी, सारियां सिख संगतां गुरुद्वारे च ही सन, अरदास कर रही सन सरबत दे भले दी, नितनेम दी, जगत दी राखी दी। जगत जलंदा रख लै अपनी कृपा धार, जित द्वारे उबरे तिते लियो उबार। महाराज जी की अरदास बेनती कर रही हैं। एक गल होर भी मैनू उस देश की दसदियां आप जी नूं प्रसन्नता हो रही है बई दुनिया में एक पहला देश है थाईलैंड, जिथों दे सिखां दी इन्नी मेहनत है, इन्नी घालना है कि उत्थों दी गौरमेंट ने थाईलैंड नूं सिखां दा देश ऐलान किया होया। 5 धर्म उत्थों दे राष्ट्रीय धर्म ने, जिन्हां विच उन्हां दा मूल धर्म बौद्धिज़म है, हिंदूइज़म है, इस्लाम भी है और इस तरह दे नाल क्रिश्चैनिटी भी है। तो 5वां उस देश का धर्म जिहड़ा सिख धर्म भी है। उन्हां सिखां दी मेहनत है कि पिछों पाकिस्तान तो आए तो बड़ियां मेहनतां कीतियां, बड़ा वड्डा महाराज जी का जस किया, अरदास कर रहे सन तो बंब गिरिया। पर जब बंब गिरिया 4 छत्तां फाड़ के पुलिस नूं इनफॉर्म किया तो एंटी बंब स्क्वाड आया तो उन्होंने आके देखा तो उन्होंने रंग उड़ गए, आखण लगे किहड़ा करिश्मा वरत्या है, ये बंब तो जिंदा है, ये फटना चाहिए सी पर क्यों नहीं फटिया।
ਸਾਰੇ ਆਖਣ ਲੱਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕ੍ਰਿਸ਼ਮਾ ਹੈ। ਇਹ ਜਿਹੜੀ ਅਰਦਾਸ ਹੋ ਰਹੀ ਹੈ ਉਸ ਅਰਦਾਸ ਦਾ ਕ੍ਰਿਸ਼ਮਾ ਹੈ। ਇਹ ਹੁਣੇ ਹੀ ਮੈਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਜਗਜੋਤ ਸਿੰਘ ਜੀ ਸੋਹੀ ਉਹਨਾਂ ਦੱਸਿਆ ਵੀ ਉੱਥੋਂ ਦਾ ਨਰੂਲਾ ਪਰਿਵਾਰ ਹੈ ਜਿਨ੍ਹਾਂ ਨੇ ਕੋਈ 10.5 ਲੱਖ ਦਮੜੇ ਤਖਤ ਸਾਹਿਬ ਜੀ ਦੀ ਸੇਵਾ ਵਿੱਚ ਭੇਜੇ। ਉਹ ਸਾਰੀ ਗੱਲ ਮੈਨੂੰ ਯਾਦ ਆ ਗਈ। ਬੜੀ ਵੱਡੀ ਫਰਮ ਹੈ। ਸਰਦਾਰ ਪ੍ਰਤਾਪ ਸਿੰਘ ਜੀ ਨਰੂਲਾ ਬੜਾ ਲੰਬਾ ਸਮਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੈਂਕਾਕ ਦੇ ਮੁੱਖ ਸੇਵਾਦਾਰ ਰਹੇ। ਔਰ ਹੈਰਾਨਗੀ ਦੀ ਗੱਲ ਹੈ ਉੱਥੇ ਕੋਈ ਪ੍ਰਧਾਨ ਬਣਨ ਨੂੰ ਤਿਆਰ ਨਹੀਂ ਹੁੰਦਾ, ਜ਼ਬਰਦਸਤੀ ਬਣਾਇਆ ਜਾਂਦਾ ਹੈ। ਉਹ ਵੀ ਕਹਿੰਦੇ ਮੇਰੇ ਕੋਲ ਸਮਾਂ ਨਹੀਂ, ਮੈਂ ਬਣ ਨਹੀਂ ਸਕਦਾ। ਅਤੇ ਜਿੰਨੀ ਟਰਮ ਹੈ ਉਦੋਂ ਪਹਿਲਾਂ ਹੀ ਹੱਥ ਜੋੜ ਦਿੰਦੇ ਨੇ ਵੀ ਹੁਣ ਇਹ ਸੇਵਾ ਕਿਸੇ ਹੋਰ ਨੂੰ ਦੇ ਦਿਓ। ਸਾਡੇ ਸਤਿਕਾਰਯੋਗ ਮੁੱਖ ਸੇਵਾਦਾਰ ਜਥੇਦਾਰ ਅਵਤਾਰ ਸਿੰਘ ਜੀ ਹਿੱਤ ਬੈਠੇ ਨੇ। ਇਹਨਾਂ ਦੇ ਬਹੁਤ ਪਰਿਵਾਰ ਉੱਥੇ ਥਾਈਲੈਂਡ ਵਿੱਚ ਵਸਦੇ ਨੇ। ਬਹੁਤ ਸਾਰੀਆਂ ਸੰਗਤਾਂ ਦੇ ਉੱਥੇ ਪਰਿਵਾਰ ਵਸਦੇ ਨੇ ਔਰ ਜਾਣਦੇ ਨੇ ਵੀ ਕਿਵੇਂ ਗੁਰਮਤ ਦਾ ਬੋਲਬਾਲਾ ਉੱਥੇ ਰਿਹਾ। ਜੇ ਕੋਈ ਵੱਡੀ ਇਮਾਰਤ ਦਾ ਜਿੱਥੇ ਬਾਦਸ਼ਾਹ ਨੇ ਆਉਣਾ ਹੋਵੇ ਉੱਥੇ ਅੱਜ ਵੀ ਕਿੰਗਡਮ ਸਿਸਟਮ ਹੈ। ਜੇ ਸਿੱਖਾਂ ਦਾ ਹੈਡ ਗ੍ਰੰਥੀ ਗੁਰਸਿੱਖ ਪੰਜ ਪਿਆਰੇ ਨਾ ਜਾਵਣ ਤੇ ਬਾਦਸ਼ਾਹ ਖੜਾ ਰਹਿੰਦਾ, ਉਹਨਾਂ ਦਾ ਇੰਤਜ਼ਾਰ ਕਰਦਾ ਰਹਿੰਦਾ। ਉਹ ਆਉਣਗੇ ਤਾਂ ਰਿਬਨ ਕੱਟੇਗਾ। ਇਤਨਾ ਵੱਡਾ ਮਾਣ ਸਨਮਾਨ ਮਿਲਿਆ ਤੇ ਉਹਦਾ ਕਾਰਨ ਇਹ ਹੈ ਕਿ ਅਰਦਾਸ ਹੈਗੀ ਹੈ। ਮਹਾਰਾਜ ਜੀ ਦੇ ਪਾਵਨ ਬੋਲ ਨੇ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਬਹਾਦਰ ਬਾਬਾ ਬਿਧੀ ਚੰਦ ਨੇ, ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੋਲ ਬਲ ਕੋਈ ਨਹੀਂ ਹੈ, ਆਪ ਮਿਹਰ ਕਰੋ, ਤੁਹਾਡਾ ਕਾਰਜ ਹੈ, ਆਪ ਹੀ ਰਾਸ ਕਰਾ ਲਓ ਤੇ ਜਿਹੜਾ ਬਲਸ਼ਾਲੀ ਘੋੜਾ ਹੈ ਇਹ ਤੁਹਾਡੇ ਘਰ ਤੱਕ ਪਹੁੰਚ ਜਾਏ। ਪਹਿਲੇ ਜ਼ਮੀਨ ਤੇ ਸਿਰ ਰੱਖ ਕੇ ਮੱਥਾ ਟੇਕਿਆ ਤੇ ਫਿਰ ਸਤਿਗੁਰੂ ਜੀ ਦੀ ਸਵਾਰੀ ਜਾਣ ਕੇ ਘੋੜੇ ਦੇ ਚਰਨਾਂ ਨੂੰ ਵੀ ਹੱਥ ਲਾਇਆ। ਭਈ ਮਹਾਰਾਜ ਸੱਚੇ ਪਾਤਸ਼ਾਹ ਇਹ ਤੇਰਾ ਘੋੜਾ, ਤੇਰੀ ਸਵਾਰੀ। ਤੇ ਘੋੜੇ ਨੂੰ ਵੀ ਕਿਹਾ ਮੈਂ ਮਜਬੂਰ ਹਾਂ, ਜੇ ਆਮ ਹਾਲਾਤ ਹੁੰਦੇ ਤਾਂ ਮੈਂ ਹੱਥ ਨਾਲ ਲਗਾਮ ਪਕੜ ਕੇ ਜੋੜਾ ਉਤਾਰ ਕੇ ਤੇਰੇ ਨਾਲ ਚੱਲਦਾ, ਪਰ ਹੁਣ ਮੈਨੂੰ ਤੈਨੂੰ ਲੈ ਕੇ ਇਸ ਤਰ੍ਹਾਂ ਹੀ ਜਾਣਾ ਪਵੇਗਾ। ਚਰਨ ਰਕਾਬ ਸਿਮਰ ਸਤਨਾਮ। ਫਿਰ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਤੇ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਘੋੜੇ ਦੀ ਰਕਾਬ ਵਿੱਚ ਆਪਣਾ ਪੈਰ ਰੱਖਿਆ। ਆਇਓ ਅਰੂਢਨ ਹੈ ਅਭਿਰਾਮ। ਇਸ ਵੱਡੇ ਬਲਸ਼ਾਲੀ ਦਿਲਬਾਗ ਘੋੜੇ ਤੇ ਭਾਈ ਬਹਾਦਰ ਬਾਬਾ ਬਿਧੀ ਚੰਦ ਜੀ ਸਵਾਰ ਹੋਏ। ਜੀ ਉਤ ਫੇਰਿਓ ਕੀ ਨਸ ਤੁੰਦ। ਇਸ ਤਰ੍ਹਾਂ ਥੋੜਾ ਇੱਧਰ ਉੱਧਰ ਘੋੜੇ ਨੂੰ ਫੇਰਿਆ ਤੇ ਥੋੜਾ ਤੇਜ਼ ਕੀਤਾ। ਉਠ ਪਾਇਨ ਤੇ ਸ਼ਬਦ ਬਿਲੰਦ। ਔਰ ਇਸ ਤਰ੍ਹਾਂ ਨਾਲ ਜਦ ਘੋੜੇ ਨੂੰ ਇੱਧਰ ਉੱਧਰ ਦੌੜਾਇਆ, ਚਾਲ ਕਢਾਈ, ਤਾਂ ਉਹਦੇ ਚਰਨਾਂ ਨਾਲ ਘੋੜੇ ਦੇ ਪੌੜ ਜਿਹੜੇ ਸਨ, ਭਾਰੀ ਘੋੜਾ ਸੀ, ਵੱਡਾ ਬਲਸ਼ਾਲੀ ਘੋੜਾ ਸੀ, ਉਹਦੇ ਪੈਰਾਂ ਨਾਲ ਬਹੁਤ ਆਵਾਜ਼ ਹੋਈ। ਸ਼ਾਹਜਹਾਂ ਸੁਨ ਉੱਚ ਉਚਾਰਾ। ਇੱਥੇ ਭਾਈ ਸਾਹਿਬ ਜੀ ਨੇ ਸ਼ਾਹਜਹਾਨ ਲਿਖਿਆ ਹੈ ਤੇ ਮੈਂ ਅਰਜ਼ ਕੀਤੀ ਇਨਾਇਤ ਖਾਂ ਉਸ ਦਾ ਨਾਮ ਸੀ, ਜੋ ਉਸ ਵੇਲੇ ਲਾਹੌਰ ਦਾ ਥਾਪਿਆ ਹੋਇਆ ਸ਼ਾਹਜਹਾਨ ਦਾ ਸੀ, ਜਾਂ ਹੋ ਸਕਦਾ ਸ਼ਾਹਜਹਾਨ ਵੀ ਉਸ ਵੇਲੇ ਉੱਥੇ ਹੋਵੇ। ਹਾਂਜੀ, ਕੋ ਹੈ ਛੁੱਟਿਓ ਹੋਏ ਨਿਰਤਾਰ। ਜਦ ਉਸਨੇ ਘੋੜੇ ਦੇ ਦਗੜ ਦਗੜ ਪੈਰਾਂ ਦੀ ਆਵਾਜ਼ ਸੁਣੀ ਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗਾ, ਦੇਖੋ ਕਿਹੜਾ ਘੋੜਾ ਖੁੱਲ ਗਿਆ ਹੈ। ਵਿਧੀਏ ਕਹਿਓ ਨ ਛੁੱਟਿਓ ਆਪ। ਤੇ ਬਹਾਦਰ ਬਾਬਾ ਬਿਧੀ ਚੰਦ ਜੀ ਆਖਣ ਲੱਗੇ, ਹਜ਼ਰਤ ਘੋੜਾ ਆਪ ਨਹੀਂ ਖੁੱਲਿਆ। ਹਾਂਜੀ, ਮੈਂ ਖੋਲਿਓ ਬਲ ਗੁਰ ਪ੍ਰਤਾਪ। ਇਹ ਮੈਂ ਦੱਸ ਦਿੰਦਾ ਵੀ ਘੋੜਾ ਆਪਣੇ ਆਪ ਨਹੀਂ ਖੁੱਲਿਆ, ਇਹ ਘੋੜਾ ਮੈਂ ਖੋਲਿਆ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਲ ਨਾਲ ਖੋਲਿਆ ਹੈ। ਹਾਂਜੀ, ਤੋ ਸੰਗ ਬਚਨ ਕਹਿਓ ਮੈਂ ਜੋਈ। ਜਿਹੜਾ ਮੈਂ ਤੈਨੂੰ ਬਚਨ ਪਹਿਲੇ ਆਖਿਆ ਸੀ, ਅਬ ਮੈਂ ਕਰੂੰ ਸਾਚ ਸੁਨ ਸੋਈ। ਮੈਂ ਕਿਹਾ ਸੀ ਘੋੜਾ ਚੁਰਾਉਣ ਵਾਲੇ ਦਾ ਨਾਮ ਦੱਸ ਦਿਆਂਗਾ, ਘੋੜੇ ਦੇ ਮਾਲਕ ਦਾ ਨਾਮ ਦੱਸ ਦੇਵਾਂਗਾ, ਘੋੜਾ ਕਿੱਥੇ ਉਹ ਥਾਂ ਦੱਸ ਦੇਵਾਂਗਾ।
ਉਹ ਹੁਣ ਮੈਂ ਸਾਰਾ ਦੱਸਣ ਲੱਗਾ ਹਾਂ। ਖੋਜ ਨਿਕਾਸ ਦੇਨ ਹੈ ਕੇਰਾ, ਘੋੜੇ ਦਾ ਖੋਜ ਕੱਢਣ ਵਾਸਤੇ ਮੈਂ ਕਿਹਾ ਸੀ। ਥਾਨ ਬਤਾਵਨ ਕਾਰਜ ਉਹ ਮੇਰਾ, ਮੈਂ ਵੀ ਕਿਹਾ ਸੀ ਥਾਂ ਵੀ ਦੱਸ ਦੇਵਾਂਗਾ, ਇਹ ਮੇਰਾ ਕੰਮ ਹੈ ਤੈਨੂੰ ਸਭ ਕੁਝ ਦੱਸਣਾ। ਸੋ ਮੈਂ ਕਹੂੰ ਦੋਸ ਨਹਿ ਰਹਿ, ਇਸ ਕਰਕੇ ਮੈਂ ਝੂਠਾ ਨਾ ਪੈ ਜਾਵਾਂ, ਇਹ ਝੂਠਾ ਹੋਣ ਦਾ ਦੋਸ਼ ਮੇਰੇ ਸਿਰ ਨਾ ਲੱਗ ਜਾਵੇ। ਮੈਂ ਤੈਨੂੰ ਚੋਰ ਦਾ ਨਾਮ, ਉਹਦੇ ਮਾਲਕ ਦਾ ਨਾਮ, ਘੋੜਾ ਕਿੱਥੇ ਪਹਿਲਾ ਹੈਗਾ ਹੈ, ਉਹ ਸਾਰਾ ਦੱਸਦਾ ਹਾਂ। ਜਿਹ ਸੁਨਬ ਕੋ ਤੁਬ ਚਿਤ ਚਾਹੈ, ਜਿਹੜਾ ਤੇਰਾ ਮਨ ਸੁਣਨਾ ਚਾਹੁੰਦਾ ਹੈ ਵੀ ਮੈਨੂੰ ਪਤਾ ਲੱਗੇ। ਹਰਖਿਓ ਸਾਹੋ ਖੋਜ ਜਨੁ ਤੇ ਪਾਇਓ, ਬਾਦਸ਼ਾਹ ਜਿਹੜਾ ਕਿਲੇਦਾਰ ਸੀ ਉਹ ਸੁਣ ਕੇ ਬੜਾ ਖੁਸ਼ ਹੋਇਆ ਬਈ ਮੈਨੂੰ ਹੁਣ ਘੋੜਾ ਮਿਲ ਗਿਆ ਹੈ। ਇਹ ਨਹੀਂ ਪਤਾ ਵੀ ਦੂਜਾ ਵੀ ਜਾਣ ਲੱਗਾ, ਪਰ ਬੜਾ ਖੁਸ਼ ਹੋਇਆ ਹੈ। ਕਹਿ ਸੋਂਧੇ ਕੋ ਊਚ ਸੁਨਾਇਓ, ਤੇ ਸੋਂਧੇ ਖਾਨ ਜਿਹੜਾ ਕਿਲੇ ਦਾ ਦਰੋਗਾ ਸੀ, ਕਿਲੇਦਾਰ, ਉਸ ਨੂੰ ਉੱਚੀ ਆਵਾਜ਼ ਵਿੱਚ ਆਖਣ ਲੱਗਾ, ਜਹਾਂ ਤੁਰੰਗਮ ਪੁਰੇ ਅਰਤਾ, ਆਖਣ ਲੱਗਾ ਹੈ ਸੋਂਧੇ ਖਾਨ ਜਿੱਥੇ ਘੋੜਾ ਹੈ ਤੇ ਉਹ ਜਿੱਥੇ ਥਾਂ ਹੈਗਾ ਹੈ ਜਿੱਥੇ ਘੋੜਾ ਮੌਜੂਦ ਹੈ, ਤਸਕਰ ਅਰ ਤਸਕਰ ਪਤਨਾਮ, ਚੋਰ ਦਾ ਤੇ ਚੋਰ ਦੇ ਮਾਲਕ ਦਾ ਨਾਮ ਵੀ ਸੁਨ ਕਰ ਲਿਖੋ ਕੇ ਯਾਦ ਰਖੀ। ਇਹ ਜੋਤਸ਼ੀ ਕੋਲੋਂ ਸਾਰਾ ਸੁਣ ਕੇ ਤੇ ਲਿਖ ਲੈ ਕਾਗਜ਼ ਤਾਂ ਕਿ ਭੁੱਲ ਨਾ ਜਾਵੇ। ਹਾਂਜੀ, ਪ੍ਰਾਤ ਕਚਹਿਰੀ ਮੈਂ ਕਹਿ ਦੀ ਤੇ ਸਵੇਰਾ ਹੋਵੇਗਾ ਤੇ ਸਾਰਾ ਕਚਹਿਰੀ ਵਿੱਚ ਆ ਕੇ ਦੱਸ ਦੇਵੀਂ ਬਈ ਘੋੜਾ ਕਿੱਥੇ ਹੈ, ਚੋਰ ਕਿਹੜਾ ਹੈਗਾ ਹੈ, ਤੇ ਘੋੜੇ ਦੇ ਚੋਰ ਦਾ ਮਾਲਕ ਕੌਣ ਹੈਗਾ, ਤੇ ਹੁਣ ਘੋੜਾ ਕਿੱਥੇ ਹੈ। ਇਹ ਸਾਰਾ ਨੋਟ ਕਰਕੇ ਤੇ ਸਵੇਰੇ ਮੈਨੂੰ ਕਚਹਿਰੀ ਵਿੱਚ ਆ ਕੇ ਦੱਸੀ। ਧਿਆ ਕੈ ਸਭੂ ਸੁਨ ਲੀ ਤੇ ਬਹਾਦਰ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਵੀ ਸਵੇਰ ਹੋਣ ਤੱਕ, ਕਚਹਿਰੀ ਲੱਗਣ ਤੱਕ ਪਤਾ ਨਹੀਂ ਤੂੰ ਜਿਉਂਦਾ ਵੀ ਰਹਿਣਾ ਕਿ ਨਹੀਂ, ਸਮੇਂ ਦਾ ਕੀ ਪਤਾ ਹੁੰਦਾ ਹੈ। ਇਸ ਲਈ ਹੁਣੇ ਹੀ ਮੈਂ ਦੱਸ ਦਿੰਦਾ, ਹੁਣੇ ਹੀ ਸਾਰਾ ਕੁਝ ਸੁਣ ਲੈ। ਬਿਸਰਨ ਹਾਰੋ ਨਹੀਂ ਜਨੀ, ਬਸ ਜਿਹਦਾ ਮੈਂ ਨਾਮ ਤੁਹਾਨੂੰ ਦੱਸਣ ਲੱਗਾ ਉਹ ਭੁੱਲ ਨਹੀਂ ਸਕਦਾ, ਤੁਹਾਨੂੰ ਭੁੱਲਣਾ ਨਹੀਂ ਹੈ, ਉਹ ਨਾਮ ਤੁਹਾਨੂੰ ਅੱਗੇ ਯਾਦ ਹੈ। ਤੇ ਫਿਰ ਨਾਮ ਇਹੋ ਜਿਹਾ ਹੈ, ਜਿੰਨਾ ਚਿਰ ਬ੍ਰਹਮੰਡ ਰਹੇਗਾ ਉਸ ਘੋੜੇ ਦੇ ਮਾਲਕ ਦਾ ਨਾਮ ਲੋਕਾਂ ਨੂੰ ਯਾਦ ਹੀ ਰਹਿਣਾ। ਇਹ ਬ੍ਰਹਮੰਡ ਮੁੱਕ ਜਾਵੇਗਾ ਫਿਰ ਵੀ ਉਸ ਘੋੜੇ ਦੇ ਮਾਲਕ ਦਾ ਨਾਮ ਨਹੀਂ ਮੁੱਕੇਗਾ, ਉਹ ਨਾਮ ਤੁਹਾਨੂੰ ਯਾਦ ਹੀ ਹੈਗਾ, ਮੈਂ ਦੱਸ ਦਿੰਦਾ ਹਾਂ। ਬੰਦਨੀ ਸ੍ਰੀ ਹਰਿ ਗੋਬਿੰਦ, ਉਸਨੇ ਕਿਹਾ ਜਲਦੀ ਦੱਸੋ ਨਾਮ ਕੀ ਹੈਗਾ। ਤੇ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਉੱਚੀ ਆਵਾਜ਼ ਵਿੱਚ ਨਾਲੇ ਹੱਥ ਜੋੜੇ, ਥੋੜਾ ਜਿਹਾ ਸੀਸ ਝੁਕਾਇਆ, ਮਹਾਰਾਜ ਦੇ ਚਰਨਾਂ ਦਾ ਧਿਆਨ ਕੀਤਾ ਤੇ ਫਿਰ ਉੱਚੀ ਗਰਦਨ ਕਹਿ ਕੇ ਕਰਕੇ ਉੱਚੀ ਆਵਾਜ਼ ਵਿੱਚ ਆਖਣ ਲੱਗੇ, ਘੋੜੇ ਦੇ ਮਾਲਕ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਜੈਕਾਰਾ ਸਾਰੇ ਮਿਲ ਕੇ ਬੁਲਾਓ ਜਿਤਨੇ ਬੈਠੇ ਹੋ। ਘੋੜੇ ਦੇ ਮਾਲਕ ਦਾ ਨਾਮ, ਜਿਨ੍ਹਾਂ ਦੇ ਕੋਲ ਘੋੜਾ ਪਹਿਲਾਂ ਵੱਜਿਆ ਹੋਇਆ ਤੇ ਆ ਦੂਜਾ ਘੋੜਾ ਵੀ ਜਿੱਥੇ ਚੱਲਿਆ, ਉਸ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬੰਦਨੀਏ ਨਮਸਕਾਰ ਦੇ ਕਾਬਲ ਹਨ। ਜਸ ਬਿਲੰਦ ਜਿਨ ਚੰਦ ਮਨਿੰਦ, ਉਹਨਾਂ ਦਾ ਜਸ ਤੇ ਇਸ ਤਰ੍ਹਾਂ ਉੱਚਾ ਹੈ, ਮਹਾਨ ਹੈ, ਜਿਵੇਂ ਆਸਮਾਨਾਂ ਵਿੱਚ ਬੁਲੰਦ ਚੰਦਰਮਾ ਹੈ। ਪ੍ਰਥਮ ਤਿਨੋਂ ਕੋ ਹੈ ਬਲ ਪੀਨਾ, ਪਹਿਲਾਂ ਵੀ ਉਹਨਾਂ ਦਾ ਬਲ ਬਹੁਤ ਵੱਡਾ ਹੈ। ਦਲ ਬਲ ਤੇ ਛੀਨ ਸੋਲੀ, ਇਹ ਘੋੜਾ ਪਹਿਲਾਂ ਵੀ ਉਹਨਾਂ ਦਾ ਹੀ ਸੀ। ਸੰਗਤ ਉਹਨਾਂ ਨੂੰ ਭੇਟਾ ਕਰਨ ਭਾਈ ਕਰੋੜੀ ਮੱਲ ਨੇ ਭੇਜਿਆ ਸੀ, ਉਹ ਲੈ ਕੇ ਜਾ ਰਹੇ ਸਨ। ਇਹ ਘੋੜਾ ਉਹਨਾਂ ਦਾ ਹੀ ਹੈ ਤੇ ਤੂੰ ਮੂਰਖਤਾ ਕਰਕੇ ਖੋ ਲਿਆ ਸੀ। ਸੋ ਪਲਤਾ ਸਤਿਗੁਰ ਅਬ ਕਹਿਓ। ਔਰ ਇਸ ਤਰ੍ਹਾਂ ਦੇ ਨਾਲ ਬੜਾ ਸੋਹਣਾ ਭਾਈ ਸਾਹਿਬ ਨੇ ਲਿਖਿਆ, ਕਹਿਣ ਲੱਗੇ ਉਹ ਬਦਲਾ ਗੁਰੂ ਦੀ ਮਿਹਰ ਸਦਕਾ ਪੂਰਾ ਕਰ ਲਿਆ ਹੈ। ਤੁਮ ਤੁਰੰਗ ਬੁੱਧ ਕਰ ਲੈ, ਪਹਿਲਾ ਘੋੜਾ ਵੀ ਗੁਰੂ ਦੀ ਬਖਸ਼ੀ ਹੋਈ ਸੁਮਤ ਸਦਕਾ ਮੈਂ ਹੀ ਲੈ ਕੇ ਗਿਆ ਹਾਂ। ਮੈਂ ਗੁਰਦਾਸ ਵਿਧੀ ਚੰਦ ਨਾਮ, ਮੈਂ ਗੁਰੂ ਦੇ ਸੇਵਕਾਂ ਦਾ ਸੇਵਕ ਹਾਂ, ਗੁਰੂ ਦਾ ਦਾਸ ਹਾਂ।
ਤੇ ਮੇਰਾ ਨਾਮ ਵਿਧੀ ਚੰਦ ਹੈ। ਮੈਂ ਹੀ ਘੋੜਾ ਲੈ ਕੇ ਗਿਆ, ਤੈਨੂੰ ਚੋਰ ਦਾ ਨਾਮ ਚਾਹੀਦਾ ਸੀ, ਅਸਲ ਵਿੱਚ ਚੋਰ ਤੂੰ ਹੈਗਾ ਹੈ। ਮੈਂ ਆਪਣੇ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਹੈਗਾ। ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਉਹਨਾਂ ਦੀ ਵਸਤੂ ਉਹਨਾਂ ਤੱਕ ਪਹੁੰਚਾ ਰਿਹਾ। ਮੈਨੂੰ ਭਾਵੇਂ ਸਾਧ ਆਖ ਭਾਵੇਂ ਚੋਰ ਆਖ, ਪਹਿਲਾ ਘੋੜਾ ਵੀ ਮੈਂ ਹੀ ਲੈ ਗਿਆ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬਖਸ਼ੀ ਹੋਈ ਮਤ ਸਦਕਾ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਘਰ ਵਿੱਚ ਜੇਲ੍ਹ ਵਿੱਚ ਬੰਦ ਕਰਕੇ ਇਹ ਘੋੜਾ ਵੀ ਮੈਂ ਹੀ ਲੈ ਜਾ ਰਿਹਾ ਹਾਂ। ਲੈ ਗਮਨਿਓ ਪੂਰਬ ਅਭਿਰਾ, ਪਹਿਲਾਂ ਵੀ ਮੈਂ ਪਹਿਲਾ ਮਹਾਨ ਘੋੜਾ ਬਲਸ਼ਾਲੀ ਸੋਹਣਾ ਘੋੜਾ ਲੈ ਕੇ ਗਿਆ ਹਾਂ। ਹੈ ਦਿਲ ਬਾਗ ਰੁਦਨ ਬਹੁ ਕੀਨਾ, ਤੇ ਦਿਲਬਾਗ ਘੋੜਾ ਜਿਹੜਾ ਨਾਮ ਹੈ ਉੱਥੇ ਰੋਂਦਾ ਰਿਹਾ, ਉਦਾਸ ਹੋ ਗਿਆ। ਖਾਨ ਪਾਨ ਰੁਖ ਕਰ ਨਹਿਲੀਨਾ, ਉਸਨੇ ਅੰਨ ਜਲ ਵੀ ਘਾਹ ਦਾਣਾ ਛੱਡ ਦਿੱਤਾ। ਜਾਤੇ ਇਸ ਘੋਰੇ ਹਿਤ ਆਇਓ, ਇਸ ਕਰਕੇ ਮੈਂ ਅੱਜ ਦੁਪਹਿਰੇ ਇਹ ਘੋੜਾ ਲੈਣ ਵਾਸਤੇ ਆਇਆ। ਤੇ ਹੁਣ ਤੇਰੇ ਸੌਣ ਤੋਂ ਪਹਿਲਾਂ, ਹੁਣ ਵੈਸੇ ਵੀ ਤੈਨੂੰ ਨੀਂਦ ਨਹੀਂ ਆਉਣੀ ਕਈ ਦਿਨਾਂ ਤੱਕ, ਤੂੰ ਸੌ ਨਹੀਂ ਸਕਣਾ, ਪਰ ਅੱਜ ਤਾਂ ਤੈਨੂੰ ਮੈਂ ਹੀ ਨਹੀਂ ਸੌਣ ਦਿੱਤਾ। ਇਹ ਘੋੜਾ ਲੈਣ ਵਾਸਤੇ ਮੈਂ ਹੀ ਆਇਆ ਹਾਂ। ਤਨ ਖੋਜੀ ਕੋ ਭੇਸ ਬਣਾ, ਮੈਂ ਹੀ ਜੋਤਸ਼ੀ ਦਾ ਭੇਸ ਬਣਾ ਕਰਕੇ, ਮੈਂ ਤਸਕਰ ਸਤਗੁਰ ਪਤ ਮੇਰਾ, ਮੈਂ ਹੀ ਚੋਰ ਹਾਂ ਤੇ ਮੇਰਾ ਗੁਰੂ ਮੇਰਾ ਤੇ ਇਸ ਘੋੜੇ ਦਾ ਮਾਲਕ ਹੈ। ਇਸ ਕਰਕੇ ਆਪਣੇ ਆਪ ਨੂੰ ਚੋਰ ਕਹਿੰਦੇ ਨੇ, ਪਹਿਲੇ ਚੋਰੀਆਂ ਕਰਦੇ ਰਹੇ। ਇਸ ਕਰਕੇ ਕਹਿੰਦੇ ਨੇ ਮੈਂ ਬਚਪਨ ਤੋਂ ਚੋਰ ਹੈਗਾ, ਇੰਨਾ ਵੱਡਾ ਚੋਰ ਹਾਂ, ਤੇਰੇ ਵਰਗੇ ਨੇ ਜਿੰਨੇ ਮਰਜ਼ੀ ਤਾਲੇ ਲਾਏ ਹੋਣ, ਮੈਂ ਇੱਕ ਫੂਕ ਮਾਰ ਕੇ ਖੋਲ ਦਿੰਦਾ। ਤੇ ਇਹ ਕਿਲਾ ਕੁਲਾ ਮੇਰੇ ਲਈ ਕੱਖ ਨਹੀਂ, ਇਹ ਕਿਲਾ ਤਾਂ ਕੀ ਹੈ, ਇਹ ਲਾਹੌਰ ਦੇ ਮਾਲਕ ਅਖਵਾਣ ਵਾਲੇ ਜਿਤਨੀ ਦੇਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੇਰਾ ਭਰਿਆ ਹੱਥ ਮੇਰੇ ਸਿਰ ਤੇ ਹੈ, ਇਹੋ ਜਿਹੀਆਂ ਹਜ਼ਾਰ ਦੀਵਾਰਾਂ ਵਿੱਚ ਵੀ ਗੁਰੂ ਦਾ ਇੱਕ ਤਿਲ ਫੁੱਲ ਵੀ ਹੋਵੇਗਾ ਤਾਂ ਮੈਂ ਲੈ ਜਾਵਾਂਗਾ, ਕੋਈ ਮੈਨੂੰ ਰੋਕ ਨਹੀਂ ਸਕੇਗਾ। ਇਸ ਲਈ ਤੂੰ ਕੀ ਸਮਝਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਨਹੀਂ, ਉਹਨਾਂ ਦਾ ਬਲ ਨਹੀਂ? ਤੇਰੇ ਵਰਗੇ ਲੱਖਾਂ ਹੀ ਕਿਲਿਆਂ ਦੇ ਮਾਲਕ ਉਹਨਾਂ ਦੇ ਕਦਮਾਂ ਦੀ ਖਾਕ ਵਿੱਚ ਰੁਲਦੇ ਪਏ ਹਨ। ਨਹਿ ਵਿਸਰੋ ਲਖ ਨਾਮ ਬਡੇਰਾ, ਹੁਣ ਦੱਸ ਵੀ ਇਹ ਨਾਮ ਤੈਨੂੰ ਭੁੱਲ ਜਾਏਗਾ ਜਿਹੜਾ ਤੂੰ ਲਿਖਣ ਵਾਸਤੇ ਕਹਿੰਦਾ ਪਿਆ, ਜਿਹੜਾ ਨਾਮ ਤੈਨੂੰ ਮੈਂ ਦੱਸਿਆ, ਮੇਰਾ ਨਾਮ ਵੀ ਯਾਦ ਰਹੇਗਾ। ਤੇ ਤੁਹਾਡੇ ਇਤਿਹਾਸਕਾਰਾਂ ਨੂੰ ਜਿਹੜੇ ਆਉਣ ਵਾਲੇ ਯੁੱਗਾਂ ਵਿੱਚ ਤੁਹਾਡਾ ਇਤਿਹਾਸ ਲਿਖਣਗੇ, ਉਹਨਾਂ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਯਾਦ ਰਹੇਗਾ, ਕਦੀ ਭੁੱਲੇਗਾ ਨਹੀਂ। ਅਬ ਗੁਲਬਾਗ ਜੀਨ ਕੋ ਪਾਏ, ਹੁਣ ਮੈਂ ਇਸ ਘੋੜੇ ਗੁਲਬਾਗ ਜਿਹਦਾ ਨਾਮ ਹੈ ਕਾਠੀ ਪਾ ਕੇ, ਤੁਮਨੇ ਦੀਨਸ ਮਤ ਉਪਜਾਏ, ਮੈਨੂੰ ਸਤਿਗੁਰੂ ਜੀ ਨੇ ਮਤ ਬਖਸ਼ੀ ਹੈ। ਸਕਲ ਕਚਹਿਰੀ ਕੀ ਬੁੱਧ ਘਨੀ, ਸਾਰੀ ਤੈਨੂੰ ਵੀ ਬੜੀ ਮਤ ਹੈਗੀ ਹੈ, ਤੇਰੇ ਕਚਹਿਰੀਦਾਰ ਅਹਿਲਕਾਰ ਦਰਬਾਰੀ ਆਪਣੇ ਆਪ ਨੂੰ ਬਹੁਤ ਵੱਡੇ ਮਤ ਵਾਲਾ ਸਮਝਦੇ ਹਨ। ਪਰਖਨ ਕੀਨ ਪਿਖੀ ਅਰ ਸੁਨੀ, ਸਭ ਕੁਝ ਪਰਖਿਆ ਤੇ ਦੇਖਿਆ ਸੁਣਿਆ ਹੈ। ਜਿਸ ਪੁਰ ਬਾਜੀ ਹੈ ਉਚਾਰੋ, ਹੁਣ ਮੈਂ ਤੇਰੇ ਸਾਰੇ ਸਿਆਣੇ ਮੰਤਰੀਆਂ ਕਚਹਿਰੀਦਾਰ ਮਨਸਬਦਾਰ ਅਹਿਲਕਾਰਾਂ ਨੂੰ ਦੱਸਦਾ ਹਾਂ ਕਿ ਮਾਲਕ ਦਾ ਤੇ ਸੇਵਕ ਦਾ ਨਾਮ ਤੁਸੀਂ ਸੁਣ ਲਿਆ। ਹੁਣ ਜਿਹੜੇ ਨਗਰ ਮੈਂ ਘੋੜਾ ਲੈ ਕੇ ਜਾ ਰਿਹਾ ਤੇ ਪਹਿਲਾਂ ਜਿੱਥੇ ਛੱਡ ਕੇ ਆਇਆ ਉਹ ਨਗਰ ਦਾ ਵੀ ਨਾਮ ਸੁਣ ਲਓ। ਕਹਿ ਸਭ ਆਪਣੋ ਦੋਸ ਉਤਾਰੋ, ਮੈਂ ਜਿਹੜਾ ਆਪਣੇ ਸਿਰ ਕੋਈ ਦੋਸ਼ ਨਾ ਰਹਿ ਜਾਏ, ਝੂਠ ਨਾ ਰਹਿ ਜਾਏ, ਕਿਉਂਕਿ ਮੈਂ ਤੈਨੂੰ ਕਿਹਾ ਸੀ ਮਾਲਕ ਦਾ ਨਾਮ ਦੱਸਾਂਗਾ, ਚੋਰ ਦਾ ਨਾਮ ਦੱਸਾਂਗਾ, ਕਿਵੇਂ ਗਿਆ ਉਹ ਦੱਸਾਂਗਾ, ਤੇ ਕਿੱਥੇ ਗਿਆ ਨਗਰ ਦਾ ਵੀ ਨਾਮ ਦੱਸਾਂਗਾ। ਇਸ ਲਈ ਸਾਰਾ ਦੱਸ ਰਿਹਾ ਹਾਂ। ਹਾਈ ਰੂਪਾ ਗ੍ਰਾਮ ਨਵੀਨ, ਆਖਣ ਲੱਗਾ ਉਹ ਪਿੰਡ ਬਹਾਦਰ ਬਾਬਾ ਵਿਧੀ ਚੰਦ ਜੀ ਆਖਣ ਲੱਗੇ ਉਹ ਨਗਰ ਦਾ ਨਾਮ ਭਾਈ ਰੂਪਾ ਹੈ। ਇਹ ਘੋੜਾ ਮੈਂ ਗੁਰੂ ਬਖਸ਼ੇ ਹੋਏ ਭਾਈ ਰੂਪ ਚੰਦ ਜੀ ਦੇ ਘਰ ਲੈ ਕੇ ਜਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਬਿਰਾਜਮਾਨ, ਵੱਡੇ ਘਰ ਦੇ ਮਾਲਕ ਨੇ ਉਹ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਿਵਾਜੇ ਹੋਏ। ਉਸ ਜਗ੍ਹਾ ਦਾ ਨਾਮ ਭਾਈ ਰੂਪਾ ਹੈ ਤੇ ਸੋਹਣਾ ਨਵਾਂ ਨਗਰ ਵਸਿਆ ਹੋਇਆ ਹੈ। ਇਹ ਡੇਰਾ ਸਤਿਗੁਰੂ ਪ੍ਰਵੀਨ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਸਿਆਣਪ ਦੀ ਇੰਤਹਾ,
ਮੰਦ ਬੁੱਧੀਆਂ ਨੂੰ ਸਦਬੁੱਧੀ ਕਰਨ ਵਾਲੇ ਗੁਰੂ ਪਾਤਸ਼ਾਹ ਬਿਰਾਜੇ ਹੋਏ ਹਨ। ਦਿਲ ਬਾਗ ਖਰੋ ਹੈ ਜਾਨ, ਉੱਥੇ ਦਿਲਬਾਗ ਘੋੜਾ ਖੜਾ ਹੈ। ਅਬ ਗੁਲ ਬਾਗ ਜਾਏ ਤਿਸ ਥਾਨ, ਹੁਣ ਇਹ ਗੁਲਬਾਗ ਵੀ ਉੱਥੇ ਹੀ ਜਾ ਰਿਹਾ ਹੈ। ਸ਼ਾਹ ਜਹਾਂ ਰਿਸ ਕਰ ਕਹਿ ਚੋ, ਉਸ ਵੇਲੇ ਕਿਲੇਦਾਰ ਨੇ ਜਾਂ ਸ਼ਾਹਜਹਾਨ ਲਿਖਿਆ ਹੈ, ਕ੍ਰੋਧ ਵਿੱਚ ਭਰ ਕੇ ਉੱਚੀ ਸਾਰੀ ਇਸ ਤਰ੍ਹਾਂ ਆਖਿਆ, ਕਹੋ ਦਰੋਗਾ ਨਿਕਟ ਪਹੁੰਚ, ਆਖਿਆ ਦਰੋਗਾ ਸੰਧ ਸੋਂਦੇ ਖਾਨ ਜਲਦੀ ਜਾ ਤੇ ਪਕੜ ਲੈ, ਇਹ ਭੱਜ ਨਾ ਸਕੇ। ਇਹ ਤਸਕਰ ਲੈ ਜਾਏ ਨ ਘੋਰਾ, ਦੇਖਿਓ ਕਿਤੇ ਘੋੜਾ ਲੈ ਕੇ ਨਾ ਚਲਾ ਜਾਵੇ। ਸਰਬ ਪੌਰ ਕੋ ਕੁਲਫ ਲਗਾਏ, ਉਹ ਅੱਗੋਂ ਕਹਿਣ ਲੱਗਾ ਵੀ ਬਾਦਸ਼ਾਹ ਸਲਾਮਤ ਕਿਵੇਂ ਜਾਵਾਂ, ਮੈਂ ਤਾਂ ਤਾਲੇ ਦੇ ਅੰਦਰ, ਤੇ ਚਾਬੀ ਬਿਧੀ ਚੰਦ ਜੀ ਦੇ ਕੋਲ ਹੈ। ਚਾਬੀਆਂ ਪਹਿਲੇ ਉਹਨਾਂ ਸਾਰੀਆਂ ਉਹਨੇ ਮੰਗਵਾ ਲਈਆਂ ਨੇ, ਸਾਰਾ ਗੁੱਛਾ ਬੋਰੀ ਵਿੱਚ ਪਾਇਆ ਹੋਇਆ। ਮੈਂ ਕਿਵੇਂ ਬਾਹਰ ਨਿਕਲਾਂ, ਮੈਂ ਤਾਂ ਦਰੋਗਾ ਨਹੀਂ, ਹੁਣ ਕੈਦੀਆਂ ਵਾਂਗੂ ਹੈਗਾ ਹਾਂ। ਸੋਟ ਹਕਾਰ ਘੇਰ ਚਹੂ ਆਖਿਆ ਫਿਰ ਸਾਰੇ ਸੂਰਮਿਆਂ ਨੂੰ ਭੇਜ, ਸਿਪਾਹੀ ਘੇਰਾ ਪਾ ਲੈਣਾ। ਸੌਂਧੇ ਕਹਿ ਕਲੀਦ ਨ ਪਾਏ, ਆਖਿਆ ਭੇਜਾਂ ਤੇ ਮੈਂ ਤਾਂ ਹੀ ਨਾ ਜੇ ਮੇਰੇ ਕੋਲ ਕਿਸੇ ਦੀ ਚਾਬੀ ਹੋਵੇ। ਸਾਰੇ ਸਿਪਾਹੀ ਵੀ ਬੰਦ ਕੀਤੇ ਹੋਏ ਹਨ, ਸਰਬ ਪੌਰ ਕੋ ਕੁਲਫ ਲਗਾਏ, ਸਭ ਦਰਵਾਜ਼ਿਆਂ ਤੇ ਤਾਲੇ ਲੱਗੇ ਹੋਏ ਨੇ। ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਬੁੱਧੀ ਪ੍ਰਦਾਨ ਕੀਤੀ ਬਈ ਇਸ ਤਰ੍ਹਾਂ ਵਿਧੀ ਚੰਦ ਤਾਲੇ ਲਾ ਲਵੀਂ, ਸਭ ਨੂੰ ਅੰਦਰ ਬੰਦ ਕਰ ਦੇਵੀਂ ਤੇ ਫਿਰ ਘੋੜਾ ਲੈ ਕੇ ਆ ਜਾਵੀਂ। ਸੁਵਟ ਸਹਿਤ ਮੈਂ ਪਹੁੰਚੇ ਕੈਸੇ, ਮੈਂ ਕਿਵੇਂ ਸਿਪਾਹੀਆਂ ਨੂੰ ਲੈ ਕੇ ਉੱਤੇ ਜਾਵਾਂ, ਤੇ ਤੁਸੀਂ ਵੇਖੋ ਕਿਤੇ ਤੁਹਾਨੂੰ ਵੀ ਤਾਂ ਨਹੀਂ ਤਾਲਾ ਲੱਗਿਆ ਹੋਇਆ। ਤੇ ਉਹ ਕਹਿਣ ਲੱਗਾ ਦਰਵਾਜ਼ਾ ਤਾਂ ਮੇਰਾ ਵੀ ਨਹੀਂ ਖੁੱਲਦਾ ਪਿਆ, ਇਸ ਲਈ ਬਾਹਰੋਂ ਬੰਦ ਹੈ ਤੇ ਪੋਸੀਬਲ ਹੈ, ਸੰਭਵ ਹੈ ਕਿ ਮੇਰੇ ਵੀ ਬਾਹਰ ਤਾਲਾ ਹੀ ਲੱਗਿਆ ਹੋਇਆ, ਤੇ ਇਹਦੀ ਚਾਬੀ ਵੀ ਬਿਧੀ ਚੰਦ ਕੋਲ ਹੀ ਹੈ। ਥਮ ਕਰੇ ਇਨ ਕੈਦੀ ਜੈ, ਸਾਨੂੰ ਸਾਰਿਆਂ ਨੂੰ ਤਾਂ ਕੈਦ ਕਰ ਦਿੱਤਾ ਹੈ, ਸਾਡੇ ਹੀ ਕਿਲੇ ਵਿੱਚ, ਸਾਡੇ ਹੀ ਘਰ ਆ ਕੇ, ਸਾਡੇ ਹੀ ਤਾਲੇ ਲਾ ਕੇ, ਤੇ ਸਾਡੀਆਂ ਹੀ ਚਾਬੀਆਂ ਜੇਬ 'ਚ ਪਾ ਲਈਆਂ ਨੇ, ਤੇ ਸਾਨੂੰ ਕੈਦ ਪਾ ਦਿੱਤਾ ਹੈ। ਰਸਰਨ ਸੋ ਜਨ ਬੰਧ ਬਿਠਾਏ, ਤੇ ਜਿਹੜੇ ਹੋਰ ਨੇ ਉਹ ਤੇ ਰੱਸੀਆਂ ਨਾਲ ਬੰਨ ਕੇ ਬਿਠਾਏ ਹੋਏ ਨੇ, ਛੁੱਟੇਗਾ ਕਿਹੜਾ ਤੇ ਛੁਡਾਏਗਾ ਕਿਹੜਾ। ਹਾਂਜੀ, ਬਨੇ ਉਪਾਏ ਨ ਕੋ ਬਿਲ ਲਾਏ, ਕੋਈ ਉਪਾਅ ਨਹੀਂ ਬਣਦਾ ਪਿਆ, ਸਾਰੇ ਤੜਪ ਰਹੇ ਹਨ। ਖਿਜ ਕਰ ਹਜਰਤ ਗੌਰ ਨਿਕਾਰ, ਤੇ ਬਾਦਸ਼ਾਹ ਖਿਜ ਕੇ ਤੇ ਗਾਲਾਂ ਕੱਢਣ ਲੱਗ ਪਿਆ ਹੈ। ਓ ਨਰ ਪਹੁੰਚੋ ਉੱਚ ਪੁਕਾਰ, ਆਖਣ ਲੱਗਾ ਕੋਈ ਤਾਂ ਬਾਹਰ ਹੋਵੇਗਾ, ਕੋਈ ਤਾਂ ਪਹੁੰਚੋ। ਤੇ ਦਰੋਗਾ ਕਹਿੰਦਾ ਹੈ ਵੀ ਬਾਦਸ਼ਾਹ ਸਲਾਮਤ, ਉੱਥੇ ਜਾ ਕੇ ਘੋੜੇ ਦੇ ਪੈਰ ਫੜੇਗਾ ਕੋਈ? ਉਹ ਜਿਹੜਾ ਇੰਨਾ ਕੁਝ ਨਾਲ ਲੈ ਕੇ ਆਇਆ ਹੈ, ਉਹਨੇ ਅੰਦਰੋਂ ਦੀ ਆਪਣੇ ਕੋਲ ਤਮੰਚਾ ਵੀ ਰੱਖਿਆ ਹੋਣਾ, ਹੋਰ ਕੁਝ ਵੀ ਹੋਵੇਗਾ। ਤੇ ਸੂਰਮਾ ਹੈ, ਐਵੇਂ ਚੋਰ ਚਾਰ ਨਾ ਸਮਝੋ। ਉੱਥੇ ਜਾ ਕੇ ਕੀ ਕੋਈ ਫੜੇਗਾ ਤੇ ਕਿਵੇਂ ਕਰੇਗਾ, ਤੇ ਸਾਰੇ ਤਾਂ ਬੱਝੇ ਹੋਏ ਹਨ। ਸੁਨ ਵਿਧੀਏ ਪੁਨੂਚ ਬਖਾਨਾ, ਫੇਰ ਬਹਾਦਰ ਬਾਬਾ, ਇਸ ਨੂੰ ਕਹਿੰਦੇ ਨੇ ਬਹਾਦੁਰੀ, ਤਾਂ ਹੀ ਉਹਨਾਂ ਨੂੰ ਬਹਾਦਰ ਕਹਿੰਦੇ ਨੇ। ਬਹਾਦਰ ਬਾਬਾ ਬਿਧੀ ਚੰਦ ਜੀ ਨੇ ਬੜੀ ਉੱਚੀ ਆਵਾਜ਼ ਵਿੱਚ ਆਖਿਆ, ਅਹੋ ਸਾਹੋ ਕਿਉਂ ਕੁਪਤ ਮਹਾਨ, ਆਖਿਆ ਬਾਦਸ਼ਾਹ ਕਿਉਂ ਐਵੇਂ ਵੱਡਾ ਕ੍ਰੋਧ ਕਰਦਾ ਹੈ? ਹੋਰੇ ਜਥਾ ਜੋਗ ਮੈਂ ਲੀਨੇ, ਜਿਸ ਤਰ੍ਹਾਂ ਮੈਂ ਲੈ ਸਕਦਾ ਸੀ ਘੋੜੇ ਦੋਵੇਂ ਹੀ ਪ੍ਰਾਪਤ ਕਰ ਲਏ ਹਨ। ਸਿਮਰੋ ਬਚ ਜੋ ਤੁਮ ਕਹਿ ਦੀਨੇ, ਹੁਣ ਤੂੰ ਉਹ ਯਾਦ ਕਰ ਜੋ ਤੂੰ ਮੈਨੂੰ ਕਿਹਾ ਸੀ। ਪ੍ਰਥਮ ਚਾਕਰੀ ਮੇਰੀ ਰਹਿ, ਪਹਿਲਾਂ ਵੀ ਜਿਹੜੀ ਮੈਂ ਚਾਕਰੀ ਕਰਦਾ ਰਿਹਾ, ਘਾਈ ਬਣ ਕੇ ਘਾਹ ਪਾਉਂਦਾ ਰਿਹਾ, ਉਹ ਵੀ ਤਨਖਾਹ ਮੇਰੀ ਅਜੇ ਤੇਰੇ ਵੱਲ ਬਾਕੀ ਹੈ। ਬਖਸ਼ਿਸ਼ ਦਈ ਨ ਸੋ ਮੈਂ ਲੈ, ਜਿਹੜਾ 1000 ਰੁਪਇਆ ਦਰੋਗੇ ਨੇ ਮੈਨੂੰ ਇਨਾਮ ਦਿੱਤਾ ਸੀ, ਉਹ ਵੀ ਮੇਰਾ ਉਹਦੇ ਵੱਲ ਹੀ ਹੈ, ਮੈਂ ਲਿਆ ਨਹੀਂ ਹੈ। ਓ ਜੀ ਦੇਨ ਕੇ ਚਾਰੋ ਲੱਖ, ਤੇ ਤੂੰ ਮੇਰੇ ਨਾਲ ਵਾਅਦਾ ਕੀਤਾ ਸੀ ਜੇ ਘੋੜੇ ਦਾ ਪਤਾ ਦੇਵੇਂਗਾ ਤੇ 4 ਲੱਖ ਰੁਪਇਆ ਦੇਵਾਂਗਾ, ਉਹ ਵੀ ਤੇਰੇ ਵੱਲ ਹੀ ਹੈ, ਅਜੇ ਮੈਂ ਤੇਰੇ ਕੋਲੋਂ ਲੈਣਾ ਹੈ। ਰਹੇ ਹਾਂ ਜੋ ਤੁਮ ਤਬ ਭਾਖਾ, ਜੋ ਤੂੰ ਕਿਹਾ ਸੀ ਉਹ 4 ਲੱਖ 1000 ਤੇਰੇ ਵੱਲ ਹੀ ਹੈਗਾ ਹੈ। 1.25 ਲੱਖ ਤੁਮ ਫੇਰ ਬਤਾ, ਉਦੋਂ ਬਾਅਦ ਤੂੰ ਕਿਹਾ ਸੀ ਵੀ 4 ਲੱਖ ਤੋਂ ਇਲਾਵਾ 1.25 ਲੱਖ ਇਨਾਮ ਵੀ ਦੇਵਾਂਗੇ। ਤਾਂ ਫਿਰ ਇਸ ਹਿਸਾਬ ਨਾਲ ਮੇਰਾ ਤੇਰੇ ਵੱਲ 5000 ਤੇ 26 ਲੱਖ ਰੁਪਇਆ ਹੈਗਾ, ਇਹ ਮੈਂ ਅਜੇ ਤੇਰੇ ਕੋਲੋਂ ਲੈਣਾ ਹੈ। ਹਾਂਜੀ,
एक विराट का मोहे न अजे पाए। 5,26,000 चो एक कौडी भी मैं ਲਈ नहीं, हले तो घोड़े ही लेके जा रहे हैं, ये भी मैं तेरे कोलों चुकता करना है। लीने मोल समान की कान। पर चल कोई गल नहीं, मैं समझांगा 2 घोड़े इन्ने दे तेरे कोलों लै लए हन। चीन समेती ते ही आ जान। ਜਿਹੜੀਆਂ 2 कीमती काठियां ने, सोना है, गहने घोड़े दे, ਇਹ मैं मुल विच पा लवांगा। समझांगा बई ये घोड़े दा मुल तू नाल दे दिता है। रही कुछ बाकी मम जोए। फिर भी ਜਿਹੜੀ मेरी बाकी रह जाएगी मैं जाके हिसाब करांगा। बनो अरणी पुचावो सोए। और वो सारा मैं तेरा ऋण तेरे कोलों लै लवांगा। मैं तेनू अरणी कर्जा मुक्त करांगा, कर्जा बाकी नहीं रहन देवांगा। न तो लेखा मेरा यार तेरा। नहीं तो फिर तेरा मेरा लेखा रवेगा। होए दरगाह बीच बड़चे। ये जेड़ा लेखा है मैं दरगाह विच तेरे कोलों लै लवांगा, छड्डांगा नहीं। जेड़ा 5 लाख, एक जयकारा सारे मिल के बुलाओ। बहादुर बाबा बिजी चंद जी ने गुरु पातशाह जी दे चरनां दी खाक दा बल भी प्रगट कर दिता, ते भी आख दिता उहदे घर खलो के कि ऐना तेरे वल बाकी है। ਜਿਹੜੀ घोड़े दियां काठियां ने वो मिलावांगा किन्ने दा सोना हैगा, हीरे किन्ने जुड़े जड़े होए, जो बनेगा वो मैं कट लवांगा ते जेड़ा बचेगा तेरे कोलों लवांगा। जे इत्थे ना दिता ते दरगाह विच तेरे कोलों सूद समेत लै लवांगा। ये बहादुरी दे बचन कोई आम बंदा नहीं कर सकदा, कोई गुरु नाल जुड़िया होया हिरदा ही कर सकदा। नहीं तो आम तो बंदे डर डर के मरदे हन और छुप छुप के बैठते हैं। हाँ जी, जे अव चाहो रोक बे मोही। जे हुण मैनू रोकना चाहुंदा है ते धन को देन मतो नह तो जे कर धन देण दा तेरा मन नहीं हैगा, मैं गमनो नी के कर कूरा। मैं सारा तेनू कूड़ा करके, कूड़ावा साबित करके, झूठा साबित करके हुण जान लगा हाँ। सदा सहायक श्री गुरपूरा। क्योंकि मेरा सदा ही सहायता करने वाला पूरा गुरु गुरु हरगोबिंद साहिब है। हाँ जी, इम इम सब कह को तीरज सा। इस तरह सब कुछ उच्ची आवाज विच कह के, बुलंद बांग कह के ते बड़ी धीरज नाल। निरभै वीर सिमरियो गुरनाथ। निरभै वीर गुरु हरगोबिंद साहब मालक जो हनुना नू याद किया है। पंचामृत पंचन को माना। हाथ जोड़ के अरदास फेर की सच्चे पातशाह, ये तेरा कारज रास हो जाए ते जेड़ा सेवा दा बल मैनू बख्शिया है सफल हो जावे ते मैं तेरे चरनां विच पहुँच के 5 रुपयां दी कड़ा प्रसाद दी देग भेटा करांगा। बड़ा गहरा नुकता है। 5 रुपयां दी देग भेटा करन लई उन्होंने मन्निया। हाँ जी, बंदना तर गुर ध्यान। ते फिर मत्था टेक के गुरु साहिब जी का ध्यान किया और इस ढंग दे नाल अगली जिहड़ी घोड़े दी सलांग है वो किवें लगदी है, ये हुण बाकी कल तुहानूं सरवण करन नूं मिलेगा। इस वेले वक्त का तकाजा है, बड़ी एकाग्रता ते प्रेम सहित आप सारिਆਂ ने सरवण किया है। दूर दराज तो संगतां तखत साहब जी के दर्शनां लई पहुंचियां होईयां हन। सीसगंज साहब तो सीसगंज सेवक जत्था अपने साथियों नूं नाल लैके पहुंचे हुए हैं और इस ढंग दे नाल गुरुसर सुधार तो कोई 50 सज्जणों का जत्था दर्शनां लई पहुंचिया होया। होर शहरों तो जथे आए हुए हैं और मैनू मिले हैं। तखत साहब लई उन्होंने बहुत सेवावां अर्पण कीतियां ने। वड्डियां हस्तियां महाराज जी दे घर दियां निवाजियां होईयां संगत विच तशरीफ फरमा हन। जथेदार अवतार सिंह जी हित मुख सेवादार, सरदार इंद्रजीत सिंह जी टाटा नगर जनरल सकत्तर, सरदार हरबंस सिंह जी खनूजा सकत्तर सेवादार महाराज जी दे निवाजे होए, भाई सूरज सिंह जी नलवा जी और इस तरह सत्कारयोग भाई गुरविंदर सिंह जी मैंबर साहब
ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਜਥਾ। ਕੀ ਨਾਮ ਹੈ? ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ। ਉਹ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਮਨਾਉਣ ਲਈ ਤਖਤ ਸਾਹਿਬ ਵੱਲੋਂ ਉਚੇਚਾ ਸੱਦਾ ਦੇ ਕੇ ਉਹਨਾਂ ਨੂੰ ਬੁਲਾਇਆ ਗਿਆ। ਉਹ ਪਹੁੰਚੇ ਹੋਏ ਨੇ। ਕੀਰਤਨ ਦੀਆਂ ਸ਼ਬਰਾਂ ਉਹਨਾਂ ਨੇ ਲਾਉਣੀਆਂ ਨੇ। 7 ਤਾਰੀਖ ਨੂੰ ਗੁਰਦੁਆਰਾ ਗਊ ਘਾਟ ਸਾਹਿਬ, ਜਿੱਥੇ ਸਭ ਤੋਂ ਪਹਿਲਾਂ ਪਟਨਾ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦਿਆਂ ਗੁਰੂ ਨਾਨਕ ਦੇਵ ਨੇ ਚਰਨ ਪਾਏ। ਬਹੁਤ ਵੱਡਾ ਕ੍ਰਿਸ਼ਮਾ ਉੱਥੇ ਵਰਤਿਆ ਹੈ। ਇਹ ਸਾਰੀ ਧਰਤੀ ਕ੍ਰਿਸ਼ਮਿਆਂ ਨਾਲ ਭਰੀ ਹੋਈ। ਆਪ ਉੱਥੇ ਦੀਵਾਨ ਸੱਜਣਗੇ, ਸੰਗਤਾਂ ਹਾਜ਼ਰੀਆਂ ਭਰਨਗੀਆਂ, ਬਹੁਤ ਆਨੰਦ ਦਾ ਸਮਾਂ ਬਣੇਗਾ। ਸਾਰੀਆਂ ਸੰਗਤਾਂ ਵੱਧ ਤੋਂ ਵੱਧ ਔਰ ਪਟਨਾ ਸਾਹਿਬ ਦੀਆਂ ਸਾਰੀਆਂ ਸੰਗਤਾਂ ਖਾਸ ਕਰਕੇ ਪਹੁੰਚ ਕੇ ਜ਼ਰੂਰ ਹਾਜ਼ਰੀਆਂ ਭਰਨ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਫਤਿਹ ਦੇ ਨਾਲ ਸਾਂਝ ਬਣਾਉਣ ਤੋਂ ਪਹਿਲਾਂ ਆਓ ਸਾਰੇ ਮਿਲ ਕੇ 2 ਮਿੰਟ ਮਹਾਮੰਤਰ ਗੁਰੂ ਮੰਤਰ ਦੇ ਜਾਪ ਕਰੀਏ, ਫਿਰ ਅਰਦਾਸ ਤੇ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।